ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਮੈਂ ਰਿਕੁਐਸਟ ਕਰਾਂਗੀ ਗੁਰਵਿੰਦਰ ਕੌਰ ਜੀ ਤੇ ਉਹਨਾਂ ਦੀ ਟੀਮ ਨੂੰ ਕਿ ਉਹ ਜਾਪ ਸੇਵਾ ਕਰਨ ਪਲੀਜ਼। ਜੇ ਕਨੈਕਟ ਨਹੀਂ ਹੋ ਪਾ ਰਹੇ ਤਾਂ ਹਰਪ੍ਰੀਤ ਕੌਰ ਜੀ ਦਾ ਵੀ ਹੈਂਡ ਰੇਸ ਸੀ, ਉਹਨਾਂ ਨੂੰ ਲੈ ਲਓ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So we are going to start the class. ਉਸ ਦਿਨ ਅਸੀਂ ਕਰ ਰਹੇ ਸੀਗੇ ਐਬਰੀਵੇਸ਼ਨ ਟੌਪਿਕ ਕਰ ਰਹੇ ਸੀ ਲਾਸਟ, I think on Friday or Thursday must be। ਤੇ ਐਬਰੀਵੇਸ਼ਨ ਟੌਪਿਕ ਦੇ ਵਿੱਚ ਥੋੜਾ ਜਿਹਾ ਰਹਿ ਗਿਆ ਸੀਗਾ। First of all we will complete that। ਐਬਰੀਵੇਸ਼ਨ ਦਾ ਕੰਪਲੀਟ ਕਰਕੇ ਉਸ ਤੋਂ ਬਾਅਦ we will move to next topic। So I'm going to share the screen। Our next abbreviation is MISC dot। Sometimes we put this word MISC dot। ਇਹਦਾ meaning ਹੁੰਦਾ ਹੈ miscellaneous। miscellaneous miscellaneous ਹੁੰਦਾ ਹੈ ਹੋਰ ਵੀ ਕਈ ਤਰ੍ਹਾਂ ਦੇ। I'll give you an example। ਜਿਵੇਂ supposing ਤੁਸੀਂ ਆਪਣੇ father ਕੋਲੋਂ ਜਾਂ mother ਕੋਲੋਂ pocket money ਲਈ ਕਿ ਮੈਨੂੰ ਮੇਰੇ ਖਰਚੇ ਹੈ ਨਾ ਉਹਦੇ ਲਈ ਮੈਨੂੰ ਪੈਸੇ ਦੇ ਦਿਓ, ਤੇ ਉਹ ਤੁਹਾਨੂੰ ਪੁੱਛਦੇ ਹੈ ਤੁਹਾਡੇ ਕਿਹੜੇ ਕਿਹੜੇ ਖਰਚੇ ਹੈ। ਤੁਸੀਂ ਕਹਿੰਦੇ ਹੋ ਮੈਂ ਕੈਂਟੀਨ ਜਾਣਾ ਹੁੰਦਾ ਹੈ, ਮੈਂ ਸਟੇਸ਼ਨਰੀ ਲੈਣੀ ਹੁੰਦੀ ਹੈ, ਤੇ ਮਿਸਲੇਨੀਅਸ ਖਰਚੇ ਹੁੰਦੇ ਆ ਮੇਰੇ। ਮਿਸਲੇਨੀਅਸ ਹੁੰਦਾ ਹੈ ਹੋਰ ਵੀ ਕਈ ਕੁਝ ਹੋਰ ਵੀ ਆਪਾਂ ਜਿਵੇਂ ਕਹਿ ਦਿੰਦੇ ਹੈ ਨਾ। ਅਕਾਊਂਟਸ ਵਾਲੇ ਜਿਹੜੇ ਬੱਚਿਆਂ ਨੇ ਅਕਾਊਂਟਸ ਪੜ੍ਹਿਆ ਉਹਨਾਂ ਨੂੰ ਇਹ ਟਰਮ ਜ਼ਿਆਦਾ ਕਲੀਅਰ ਹੋਏਗੀ। I'll make it more clear। ਜਿਵੇਂ ਤੁਸੀਂ ਕਿਸੇ ਨੂੰ ਪੈਸੇ ਦਾ ਹਿਸਾਬ ਦੇ ਰਹੇ ਹੋ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਇਹ ਮੈਨੂੰ ਏਦਾਂ ਕਰੋ, ਮੈਨੂੰ ਥੋੜੇ ਜਿਹੇ ਪੈਸੇ ਦੇ ਦਿਓ। ਮੰਨ ਲਓ ਤੁਸੀਂ ਕਿਸੇ ਦਾ ਪੈਸੇ ਦਾ ਹਿਸਾਬ ਕਿਤਾਬ ਰੱਖਦੇ ਹੋ, ਉਹ ਤੁਹਾਨੂੰ 2000 ਰੁਪਏ ਦੇ ਰਿਹਾ ਹੈ। ਸਪੋਜ਼ਿੰਗ ਉਹ ਤੁਹਾਨੂੰ 2000 ਰੁਪਏ ਦੇ ਰਿਹਾ ਹੈ ਕਿ ਇਹ ਰੱਖ ਲਓ ਮਿਸਲੇਨੀਅਸ ਖਰਚਿਆਂ ਵਾਸਤੇ, ਹੈ ਨਾ। ਮਿਸਲੇਨੀਅਸ ਮਤਲਬ ਕੁਝ ਵੀ ਖਰਚੇ ਹੋ ਸਕਦੇ ਹੈ, ਕਈ ਹੋਰ ਵੀ ਕਈ ਖਰਚੇ ਹੋ ਸਕਦੇ ਹੈ। ਸੋ ਮਿਸਲੇਨੀਅਸ ਹੁੰਦਾ ਆਪਾਂ ਜਿਵੇਂ ਕਹਿੰਦੇ ਨਾ ਕਿ ਕਈ ਵਾਰ ਕੋਈ ਛੋਟਾ ਮੋਟਾ ਖਰਚਾ ਆ ਜਾਂਦਾ, ਕਦੇ ਕੋਈ, ਤਾਂ ਅਸੀਂ ਉਹਨੂੰ ਕੀ ਕਹਿੰਦੇ ਆ ਓਵਰਆਲ ਅਸੀਂ ਕੀ ਕਹਿੰਦੇ ਆ ਮਿਸਲੇਨੀਅਸ। ਮਿਸਲੇਨੀਅਸ ਮਤਲਬ ਜਿਹਦੀ ਕੋਈ ਡੈਫੀਨਿਟ ਟਰਮ ਨਹੀਂ ਹੈ। ਜਿਵੇਂ ਕਿ ਮੈਂ ਹੁਣ 2000 ਰੁਪਏ ਦਾ ਹਿਸਾਬ ਦੇਣਾ ਹੈ, ਮੈਂ ਉਹਦੇ ਵਿੱਚ ਲਿਖਤਾ ਕਿ 2000 ਰੁਪਏ ਵਿੱਚ ਮੈਂ 100 ਰੁਪਏ ਸਵੀਪਰ ਨੂੰ ਦਿੱਤੇ, 500 ਰੁਪਏ ਮੈਂ ਪਿਆਨ ਨੂੰ ਦਿੱਤੇ, 400 ਰੁਪਏ ਮੈਂ ਫਲਾਣੇ ਨੂੰ ਦੇਤੇ। ਇਹਦਾ ਤਾਂ ਮੇਰੇ ਕੋਲ ਇੱਕ ਹੈਡਿੰਗ ਹੋ ਗਿਆ, ਤੇ ਬਾਕੀ ਮੈਂ ਲਿਖਤਾ ਮਿਸਲੇਨੀਅਸ। ਮਿਸਲੇਨੀਅਸ ਮਤਲਬ ਹੋਰ ਵੀ ਕਈ ਖਰਚੇ, ਉਹ ਕੋਈ ਵੀ ਖਰਚੇ ਹੋ ਸਕਦੇ ਆ। ਸੋ ਮਿਸਲੇਨੀਅਸ ਮੀਨਸ ਕਿਸੇ ਵੀ ਟਾਈਪ ਦੇ ਕੋਈ ਚੀਜ਼ ਮਿਸਲੇਨੀਅਸ ਹੈ ਨਾ। ਜ਼ਰੂਰੀ ਨਹੀਂ ਖਰਚਿਆਂ ਵਾਸਤੇ, ਅਸੀਂ ਮਿਸਲੇਨੀਅਸ ਥਿੰਗਸ ਲਈ ਵੀ ਯੂਜ਼ ਕਰ ਸਕਦੇ ਹਾਂ ਕਿ ਉੱਥੇ ਜਿਵੇਂ ਤੁਸੀਂ ਮੈਨੂੰ ਪੁੱਛਿਆ ਤੁਸੀਂ ਕੀ ਕੀ ਬਾਏ ਕਰਨਾ ਹੈ, ਤਾਂ ਮੈਂ ਕਿਹਾ ਮੈਂ ਟੇਬਲ ਬਾਏ ਕਰਨਾ ਹੈ, ਚੇਅਰ ਬਾਏ ਕਰਨੀ ਹੈ, ਤੇ ਹੋਰ ਵੀ ਕੁਝ ਮਿਸਲੇਨੀਅਸ ਗੁੱਡਸ ਮੈਨੂੰ ਚਾਹੀਦੀਆਂ ਹੋਣਗੀਆਂ, ਹੈ ਨਾ। ਸੋ ਮਿਸਲੇਨੀਅਸ ਦਾ ਅਸੀਂ ਮੋਟਾ ਮੋਟਾ ਜਿਹਾ ਮੀਨਿੰਗ ਇਹ ਲਗਾ ਲੈਂਦੇ ਆ, ਹੋਰ ਵੀ ਕੁਝ, ਹੋਰ ਵੀ ਕਈ, ਠੀਕ ਹੈ। ਮਿਸਲੇਨੀਅਸ ਇਹ ਵੈਰੀ ਇੰਪੋਰਟੈਂਟ ਟਰਮ ਹੈ, ਇਹ ਜ਼ਰੂਰ ਯਾਦ ਰੱਖੋ ਮਿਸਲੇਨੀਅਸ। Then is MLA, Member of Legislative Assembly। I know politics is a very boring thing for most of us, but ਇਹ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਇਹ ਚੀਜ਼ਾਂ। MLA ਹੁੰਦਾ ਹੈ Member of Legislative Assembly। ਵਿਧਾਨ ਸਭਾ, ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ ਵਿਧਾਨ ਸਭਾ।
है ना। एक लोक सभा हुंदी है जिन्हों असी कहते हैं पार्लीमेंट, पार्लीमेंट मीनस लोक सभा, एंड लेजिस्लेटिव असेंबली हुंदी है विधान सभा। ये बहुत डिटेल टॉपिक है कि लोक सभा की हुंदी है, राज्य सभा की हुंदी है, विधान सभा नहीं, एक हुंदी है राज्य सभा ते लोक सभा। ते जिहड़ी की हुंदा है लोक सभा दे जिहड़े मैंबर हुंदे हैं वो प्राइम मिनिस्टर इलैक्ट करदे हैं, ते राज्य सभा दे मैंबर हुंदे हैं जिहड़े उन्हां नूं वो जिहड़े हैं वो चीफ मिनिस्टर नूं सिलेक्ट करदे हैं। ठीक है। बहुत सारे बच्चे जिन्हां ने 10th विच 8th 9th 10th दे विच सिविक्स नूं अच्छी तरह स्टडी कीता है, उन्हां नूं पता होएगा लोक सभा की हुंदी है, राज्य सभा की हुंदी है। ठीक है। ते जिहड़े लोक सभा दे मैंबर है उन्हां नूं असीं कहंदे आ, जदों असीं अपना पीएम दी इलैक्शनस हुंदियां ने ना, प्राइम मिनिस्टर दियां, प्रधानमंत्री दियां इलैक्शनस हुंदियां, तां जिन्हों असीं इलैक्ट करदे आ वो सारे एमपीज हुंदे हैं। वो जिहड़े हैं उन्हां दी एमपीज हुंदे और वो पीएम नूं सिलेक्ट करदे हैं। और जदों साडी चीफ मिनिस्टर, जिवें साडी रीसेंटली जदों कैप्टन अमरिंदर सिंह सरकार बनी सी, ਤਾਂ ਉਦੋਂ ਅਸੀਂ ਜਿਹੜੀ VOTING ਕੀਤੀ ਸੀ ਉਹ ਕਿਹੜੀ ਇਲੈਕਸ਼ਨ ਸੀਗੀਆਂ, ਉਹ ਵਿਧਾਨ ਸਭਾ ਚੋਣਾਂ ਸੀਗੀਆਂ। ਠੀਕ ਹੈ। ਸੋ ਉਹਦੇ ਤੋਂ ਜੋ ਅਸੀਂ ਸਿਲੈਕਟ ਕਰਦੇ ਆ ਨਾ, ਉਹ ਅਸੀਂ ਕਿਹਨੂੰ ਸਿਲੈਕਟ ਕਰ ਰਹੇ ਹੁੰਦੇ ਆ, ਅਸੀਂ MLAs ਨੂੰ ਸਿਲੈਕਟ ਕਰ ਰਹੇ ਹੁੰਦੇ ਆ, ਇਲੈਕਟ ਕਰ ਰਹੇ ਆ, ਇਲੈਕਟ ਹੁੰਦਾ ਅਸੀਂ ਉਹਨਾਂ ਨੂੰ ਚੁਣ ਰਹੇ ਹੁੰਦੇ ਆ ਆਪਣੀ VOTING ਦੇ ਨਾਲ। ਸੋ ਉਹ ਜਿਹੜੇ ਹੈ ਉਹ MLAs ਹੁੰਦੇ ਆ, MLAs ਹੁੰਦੇ ਆ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਇਹ ਟੌਪਿਕ ਜ਼ਰੂਰ ਸਟੱਡੀ ਕਰਿਓ, ਬਹੁਤ ਇੰਟਰਸਟਿੰਗ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਾਨੂੰ ਸਾਰੇ ਸਟੂਡੈਂਟਸ ਨੂੰ ਇੰਨੀ ਕੁ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਸਿਵਿਕਸ ਦਾ ਇਹ ਵਾਲਾ ਪਾਰਟ ਜ਼ਰੂਰ ਪੜ੍ਹੀਏ ਕਿ ਲੋਕ ਸਭਾ ਕੀ ਹੁੰਦੀ ਹੈ, ਰਾਜ ਸਭਾ ਕੀ ਹੁੰਦੀ ਹੈ। ਅਸੀਂ ਦੇਖੋ ਕੱਲ ਨੂੰ ਹੋ ਸਕਦਾ ਹੈ ਤੁਹਾਡੇ ਵਿੱਚੋਂ ਹੀ ਕਈ ਹੈ ਆਪਣੇ ਕੰਟਰੀ ਦੇ ਰਿਪਰੈਜ਼ੈਂਟੇਟਿਵ ਬਣਨਾ ਚਾਹਣ, ਹੈ ਨਾ। ਤੇ ਤੁਹਾਨੂੰ ਇਹ ਚੀਜ਼ਾਂ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ। ਬੀਇੰਗ ਐਨ ਅਵੇਅਰ ਸਿਟੀਜ਼ਨ, ਸਾਨੂੰ ਅਵੇਅਰ ਜ਼ਰੂਰ ਹੋਣਾ ਚਾਹੀਦਾ ਹੈ, ਚਾਹੇ ਅਸੀਂ ਪੋਲਿਟਿਕਸ ਦੇ ਵਿੱਚ ਹਿੱਸਾ ਲਈਏ ਜਾਂ ਨਾ ਲਈਏ। ਇਹ ਪੋਲਿਟਿਕਸ ਨਹੀਂ ਹੈ, ਤੁਹਾਨੂੰ ਇਹ ਟਰਮ ਜ਼ਰੂਰ ਪਤਾ ਹੋਣਾ ਚਾਹੀਦੀ ਹੈ। ਇੱਕ ਸਿਟੀਜ਼ਨ ਹੋਣ ਦੇ ਨਾਤੇ, ਇੱਕ ਨਾਗਰਿਕ ਹੋਣ ਦੇ ਨਾਤੇ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ, ਸਾਡੇ ਪ੍ਰੈਜ਼ੀਡੈਂਟ, ਸਾਡੇ ਚੀਫ ਮਿਨਿਸਟਰ ਕਿੱਦਾਂ ਇਲੈਕਟ ਕੀਤੇ ਜਾਂਦੇ ਆ। ਠੀਕ ਹੈ ਨਾ। ਅਸੀਂ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਪੂਰੀ ਕੰਟਰੀ ਚਲਾਣੀ ਹੁੰਦੀ ਹੈ, ਸਾਨੂੰ ਐਟਲੀਸਟ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਨਾ ਕਿ ਅਸੀਂ ਉਹਨਾਂ ਨੂੰ ਸਿਲੈਕਟ ਕਿੱਦਾਂ ਕਰਦੇ ਆ, ਕਿਸ ਬੇਸਿਸ ਤੇ ਉਹਨਾਂ ਨੂੰ ਅਸੀਂ ਕਿੱਦਾਂ ਚੁਣਦੇ ਆ, ਅਸੀਂ VOTING ਕਿੱਦਾਂ ਕਰਦੇ ਆ, ਸਾਡੇ ਕੋਲ ਕੀ ਰਾਈਟਸ ਹੈ ਨਾ, ਸਾਡੇ ਕੋਲ ਸਾਡੀ ਰਿਸਪੌਂਸਿਬਿਲਿਟੀਜ਼ ਕੀ ਨੇ, ਸਾਡਾ ਕਨਸਟੀਟਿਊਸ਼ਨ ਕੀ ਹੁੰਦਾ ਹੈ, ਸੰਵਿਧਾਨ ਕੀ ਹੁੰਦਾ ਹੈ। ਅਸੀਂ ਹਰ ਸਾਲ 26 ਜਨਵਰੀ ਮਨਾਉਂਦੇ ਆ, ਲੇਕਿਨ ਜੇ ਕਿਸੇ ਬੱਚੇ ਨੂੰ ਪੁੱਛੀਏ ਨਾ ਕਿ 26 ਜਨਵਰੀ ਨੂੰ ਹੋਇਆ ਕੀ ਸੀਗਾ, ਤੇ ਮੋਸਟ ਆਫ ਅਸ ਸੇ ਕਿ ਇਸ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ, ਹੈ ਨਾ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਐਕਚੁਅਲੀ 26 ਜਨ ਨੂੰ ਕੀ ਹੋਇਆ ਸੀਗਾ, ਉਹਦਾ ਕੀ ਮਤਲਬ ਕੀ ਹੈ, ਕਨਸਟੀਟਿਊਸ਼ਨ ਦਾ ਮਤਲਬ ਕੀ ਹੁੰਦਾ ਹੈ, ਸਾਡੇ ਰਾਈਟਸ ਕਿੱਥੇ ਲਿਖੇ ਗਏ ਹੈ। ਸਾਨੂੰ ਕੀ ਪਤਾ ਇਹ ਚੀਜ਼ ਸਾਡਾ ਰਾਈਟ ਹੈ ਕਿ ਸਾਡਾ ਰਾਈਟ ਨਹੀਂ ਹੈ, ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ, ਸਾਨੂੰ ਕਿੱਦਾਂ ਪਤਾ ਚੱਲੇਗਾ, ਹੈ ਨਾ। ਸੋ ਇਹ ਚੀਜ਼ ਤੁਸੀਂ, ਔਰ ਐਵਰੀਥਿੰਗ ਇਜ਼ ਅਵੇਲੇਬਲ ਇਨ ਯੋਰ ਬੁੱਕਸ। ਤੁਸੀਂ ਆਪਣੀ 8th 9th 10th ਨਾਓ ਯੂ ਹੈਵ ਅ ਲੋਟ ਆਫ ਟਾਈਮ, ਤੁਸੀਂ ਆਪਣੀ ਬੁੱਕਸ ਨੂੰ ਪੜ੍ਹ ਸਕਦੇ ਹੋ। ਤੁਸੀਂ ਦੇਖੋ ਜਿਹੜਾ ਤੁਹਾਡਾ ਸਿਵਿਕਸ ਨੂੰ ਕੀ ਕਹਿੰਦੇ ਆ, ਰਾਜਨੀਤੀ ਸ਼ਾਸਤਰ ਕਹਿੰਦੇ ਆਈ ਥਿੰਕ। ਸੋ ਸਿਵਿਕਸ ਦੀ ਜਿਹੜੀ ਹਿਸਟਰੀ, ਸਿਵਿਕਸ ਐਂਡ ਜੀਓਗ੍ਰਾਫੀ, ਤੁਸੀਂ ਸਿਵਿਕਸ ਦੀ ਬੁੱਕ ਨੂੰ ਪੜ੍ਹੋ ਤੇ ਉਹਦੇ ਵਿੱਚੋਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਸਾਰੀ ਚੀਜ਼ਾਂ ਦਾ ਕੀ ਪ੍ਰੋਸੈਸ ਹੈ। ਐਂਡ ਵਾਂਸ ਯੂ ਸਟਾਰਟ ਰੀਡਿੰਗ ਇਟ ਯੂ ਵਿਲ ਫਾਈਂਡ ਇਟ ਵੈਰੀ ਇੰਟਰਸਟਿੰਗ, ਬਹੁਤ ਇੰਟਰਸਟਿੰਗ ਹੈ ਇਹ। तो कुछ टर्म्स है जरूर पढ़ो। सो मेंबर ऑफ लेजिस्लेटिव असेंबली जिन्होंने असी MLAs कहते हैं, ठीक है। देन इज MO, MO हुंदे हैं मेडिकल ऑफिसर। मेडिकल ऑफिसर जिन्हां दा काम की हुंदा है, जिवें सरकारी मेडिकल ऑफिसर हुंदे हैं जिन्हां नूं असी सेहत अधिकारी कहते हैं, सेहत अधिकारी, है ना। सो इन्हां दा काम की हुंदा है सेहत सेवावां चेक करनियां, मेडिकल ऑफिसर। नेक्स्ट इज MP, अगेन मेंबर ऑफ पार्लियामेंट। MP हुंदे हैं मेंबर ऑफ पार्लियामेंट हुंदे हैं, संसद दे मेंबर। जेड़े MPs हैं वो मिलके पार्लियामेंट बनाते हैं, मतलब वो पार्लियामेंट मेंबर ऑफ पार्लियामेंट वो लोक सभा वाले हुंदे हैं, और जेड़े MLAs हुंदे हैं वो राज्य सभा बनाते हैं मिलके, ठीक है। सो एक बार फिर दस रही मैं, MLAs दे जेड़े हैं उन्हां दा रोल वो असीं कदों चुनदे हुंदे आ, लेजिस्लेटिव असेंबली दे
ਜਿਹੜੇ ਇਲੈਕਸ਼ਨ ਹੁੰਦੇ ਆ, ਵਿਧਾਨ ਸਭਾ ਚੋਣਾਂ ਹੁੰਦੀਆਂ, ਉਹਦੇ ਵਿੱਚ ਚੀਫ ਮਿਨਿਸਟਰ ਦੀ ਚੋਣ ਕੀਤੀ ਜਾਂਦੀ ਹੈ ਔਰ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੁੰਦੇ ਇਹ ਮਿਲ ਕੇ ਇਹਨਾਂ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੁੰਦਾ ਉਹ ਪ੍ਰਾਈਮ ਮਿਨਿਸਟਰ ਬਣਦਾ ਹੈ। ਨੈਕਸਟ ਇਜ਼ PhD. PhD means Doctor of Philosophy. Doctor of Philosophy, PhD. ਤੁਸੀਂ graduation ਕਰਦੇ ਹੋ, ਫਿਰ post graduation ਕਰਦੇ ਹੋ। Graduation means ਤੁਸੀਂ BA bachelor degree ਕਰਦੇ ਹੋ। Bachelor degree ਤੋਂ ਬਾਅਦ master's degree ਹੁੰਦੀ ਹੈ, ਉਸ ਤੋਂ ਬਾਅਦ MPhil ਹੁੰਦੀ ਹੈ, ਉਸ ਤੋਂ ਬਾਅਦ PhD ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ DLit ਹੁੰਦੀ ਹੈ। ਅੱਜ ਕੱਲ ਤਾਂ ਹੁਣ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਰੀਸੈਂਟਲੀ, ਉਹਦੇ ਅਕੋਰਡਿੰਗ ਸ਼ਾਇਦ MPhil ਹੈ ਉਹ ਐਲੀਮੀਨੇਟ ਹੋ ਜਾਏਗੀ। ਡਾਇਰੈਕਟਲੀ ਤੁਸੀਂ PhD ਕਰ ਸਕਦੇ ਹੋ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ। ਪੋਸਟ ਗ੍ਰੈਜੂਏਸ਼ਨ ਹੁੰਦਾ ਜਿਹੜੀ ਮਾਸਟਰਸ ਡਿਗਰੀ ਹੈ ਨਾ, ਉਹਨੂੰ ਪੋਸਟ ਗ੍ਰੈਜੂਏਸ਼ਨ ਕਹਿੰਦੇ ਆ। ਔਰ ਜਿਹੜੀ ਬੈਚਲਰਸ ਡਿਗਰੀ ਹੁੰਦੀ ਹੈ BA BSc BCom, ਇਹਨੂੰ ਅਸੀਂ ਕੀ ਕਹਿੰਦੇ ਆ, ਬੈਚਲਰਸ ਡਿਗਰੀ। ਠੀਕ ਹੈ, ਸੋ PhD is Doctor of Philosophy. Then is PM. We had done AM that day. उस दिन ਅਸੀਂ ਕੀਤਾ ਸੀ anti-meridium, and PM is post-meridium. Post-meridium, afternoon. Afternoon यानी दोपहर ਦਾ ਜਿਹੜਾ ਟਾਈਮ ਹੁੰਦਾ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਆ PM। 12 ਵਜੇ ਦੁਪਹਿਰੇ, ਉਸ ਤੋਂ ਬਾਅਦ ਅਸੀਂ ਜਿਹੜਾ ਟਾਈਮ ਲਿਖਦੇ ਹਾਂ ਉਹ ਕੀ ਲਿਖਦੇ ਆ, PM, ਹੈ ਨਾ। ਜਿਵੇਂ ਦੁਪਹਿਰੇ 1 ਵਜੇ ਨੂੰ ਅਸੀਂ ਕੀ ਲਿਖਾਂਗੇ, 1 PM, 2 PM, ਐਂਡ ਜੋ ਰਾਤ ਦਾ ਹੁੰਦਾ ਅਸੀਂ ਉੱਥੇ AM ਲਿਖਦੇ ਹਾਂ 12 ਵਜੇ ਤੋਂ ਬਾਅਦ। Next is PTO. We normally use this PTO. ਜਿਵੇਂ ਐਗਜ਼ਾਮ ਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀਗੇ, ਕਈ ਵਾਰ ਕੀ ਹੁੰਦਾ ਕੁਝ ਟੀਚਰ ਜਲਦੀ ਦੇ ਵਿੱਚ ਚੈੱਕ ਨਹੀਂ ਕਰਦੇ ਕਿ ਅਗਲੇ ਪੇਜ ਤੇ ਵੀ ਕੁਝ ਕਿਸੇ ਬੱਚੇ ਨੇ ਵੀ ਲਿਖਿਆ ਹੋਇਆ ਹੈ, ਤਾਂ ਉਹਦੇ ਉੱਤੇ ਜ਼ਿਆਦਾਤਰ ਬੱਚੇ ਲਿਖ ਦਿੰਦੇ ਹੁੰਦੇ ਸੀਗੇ PTO। ਅੱਜ ਕੱਲ ਪਤਾ ਨਹੀਂ ਲਿਖਦੇ ਆ ਕਿ ਨਹੀਂ ਲਿਖਦੇ, ਕਿਉਂਕਿ ਸਾਡੇ ਟਾਈਮ ਤੇ ਬਹੁਤ ਵੱਡੇ ਅਸੀਂ ਕੁਐਸਚਨਸ ਲਿਖਦੇ ਹੁੰਦੇ ਸੀ। We used to write 18 pages question, ਅਸੀਂ ਲਿਖ ਦਿੰਦੇ ਆਨਸਰ, ਸੌਰੀ ਅਸੀਂ 18-20 ਪੇजेस ਦਾ ਆਨਸਰ ਲਿਖ ਦਿੰਦੇ ਹੁੰਦੇ ਸੀ, ਤੇ ਲਾਸਟ ਵਿੱਚ ਅਸੀਂ ਕਿ ਟੀਚਰ ਨੂੰ ਦੱਸਣ ਲਈ ਅਸੀਂ ਲਿਖ ਦਿੰਦੇ ਸੀ PTO ਕਿ ਇਹਦੇ ਪਿੱਛੇ ਵੀ ਮੈਂ ਕੁਝ ਲਿਖਿਆ ਹੋਇਆ ਹੈ। ਠੀਕ ਹੈ ਨਾ। ਸੋ PTO ਦਾ ਮਤਲਬ ਹੁੰਦਾ ਹੈ ਪਲੀਜ਼ ਟਰਨ ਓਵਰ। ਟਰਨ ਓਵਰ ਮਤਲਬ ਪਲਟਾਣਾ, ਟਰਨ ਓਵਰ ਪਲਟਾਣਾ, ਹੈ ਨਾ। ਸੋ ਇਹਦਾ ਮਤਲਬ ਹੁੰਦਾ ਹੈ ਕਿ ਪੇਜ ਨੂੰ ਪਲਟਾਓ ਪਲੀਜ਼, ਇਹਦੇ ਪਿੱਛੇ ਵੀ ਮੈਂ ਕੁਝ ਲਿਖਿਆ ਹੋਇਆ ਹੈ। प्लीज टर्न ओवर मतलब ਉਹਨੂੰ टर्न कर दो, मोड़ के ओवर, टर्न ओवर मतलब पलटा दो, प्लीज टर्न ओवर। then is RE means rupee। RS ਹੁੰਦਾ अगर तो ਇਹਦਾ मतलब होना सी rupees, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜਿਵੇਂ I have a 1 rupee note, ਇਹ ਮੈਂ ਇੱਕ ਸੈਂਟੈਂਸ ਕਰਵਾਇਆ ਸੀ ਇੱਕ ਵਾਰ, I have 1 rupee note। सो अगर 1 रुपया है तो ਅਸੀਂ ਉਹਨੂੰ ਰੁਪੀ ਲਿਖਾਂਗੇ, ਰੁਪੀਸ ਨਹੀਂ ਲਿਖਾਂਗੇ, ਰੁਪੀ ਲਿਖਾਂਗੇ। ਐਂਡ ਰੁਪੀ ਦੀ ਸ਼ਾਰਟ ਫਾਰਮ ਹੁੰਦੀ ਹੈ RE ਡਾਟ। ਸੋ ਅਗਰ ਕਿਤੇ ਲਿਖਿਆ ਹੋਵੇ RE.1 that means rupee 1। rupee means रुपया, रुपया, ठीक है, rupee। then RSVP, I found it very important। मैं वैसे ਜਦੋਂ ਵੀ ਕੋਈ ਟ੍ਰੇਨਿੰਗਸ ਲਗਾਉਂਦੀ ਆ ਜਾਂ ਕੁਝ ਵੀ ਹੈ, ਮੈਂ ਟੀਚਰਸ ਨੂੰ ਜਾਂ ਸਟੂਡੈਂਟਸ ਨੂੰ ਜ਼ਰੂਰ ਦੱਸਦੀ ਹੁੰਦੀ ਆ ਇਹ ਵਾਲਾ ਵਰਡ। ਕੀ ਹੁੰਦਾ ਹੈ ਸਾਡੇ ਕਾਰਡਸ ਦੇ ਵਿੱਚ, ਜਿਹੜੇ ਅਸੀਂ ਕਾਰਡ ਛਪਾਉਂਦੇ ਆ ਨਾ, ਜਾਂ ਮੈਰਿਜਸ ਦੇ ਹੁੰਦੇ ਜਾਂ ਕੋਈ ਵੀ ਇਨਵੀਟੇਸ਼ਨ ਕਾਰਡ ਹੁੰਦੇ ਨਾ, ਉਹਦੇ ਨੀਚੇ ਲਿਖਿਆ ਹੁੰਦਾ RSVP। ਐਂਡ ਮੋਸਟ ਆਫ ਅਸ ਡੋਂਟ ਨੋ ਵਾਟ ਇਜ਼ ਦ ਮੀਨਿੰਗ ਆਫ RSVP। ਜ਼ਿਆਦਾਤਰ ਨੇ ਲਿਖਾਇਆ ਹੁੰਦਾ ਹੈ, ਜਿਵੇਂ ਕਿਸੇ ਦਾ ਮੰਨ ਲਓ ਕਿਸੇ ਦੀ ਵੈਡਿੰਗ ਹੈ ਤੇ ਉੱਤੇ ਲਿਖਿਆ ਹੋਇਆ ਨੀਚੇ RSVP ਨਾਨਕੇ ਐਂਡ ਦਾਦਕੇ। ਪਤਾ ਨਹੀਂ ਨੀਚੇ ਕੀ ਲਿਖਿਆ ਹੁੰਦਾ ਹੈ, RSVP ਫਲਾਣੀ ਫੈਮਿਲੀ, ਟਿਕਾਣੀ ਫੈਮਿਲੀ। ਇਹਦਾ ਮਤਲਬ ਹੁੰਦਾ RSVP ਦਾ ਮਤਲਬ ਇਹ ਬਹੁਤ ਇਹਦਾ ਇੰਪੋਰਟੈਂਟ ਮੀਨਿੰਗ ਹੈ, ਵੈਰੀ ਇੰਟਰਸਟਿੰਗ ਮੀਨਿੰਗ ਹੈ। ਇਹਦਾ ਜਿਹੜਾ ਫ੍ਰੈਂਚ ਵਰਜ਼ਨ में ਲਿਖਦਾ RSVP, ਰਿਪੌਂਡ, ਸੈਲ, ਬੇਅਸ, ਪਲੇਟ, ਇਹਦੇ ਮੈਨੂੰ ਐਗਜ਼ੈਕਟ ਮੀਨਿੰਗ ਨਹੀਂ ਪਤਾ ਕਿਉਂਕਿ ਇਹ ਫ੍ਰੈਂਚ ਵਰਡਸ ਨੇ। ਇਹ ਜਿਹੜਾ RSVP ਨਿਕਲਿਆ ਨਾ, ਇਹ ਫ੍ਰੈਂਚ ਟਰਮ ਹੈ। ਇਹਦਾ ਮਤਲਬ ਹੁੰਦਾ ਹੈ ਰਿਪਲਾਈ ਇਫ ਯੂ ਪਲੀਜ਼। ਰਿਪਲਾਈ ਇਫ ਯੂ ਪਲੀਜ਼ ਦਾ ਮਤਲਬ ਹੁੰਦਾ ਹੈ, ਦੇਖੋ ਕੀ ਹੈ, ਜਦੋਂ ਤੁਸੀਂ ਕਿਸੇ ਦੇ ਘਰ ਤੁਹਾਨੂੰ ਕੋਈ ਇਨਵਾਈਟ ਕਰਦਾ ਹੈ ਨਾ, ਤਾਂ ਸਾਡਾ ਫਰਜ਼ ਬਣਦਾ ਕਿ ਕਿਸੇ ਨੇ ਸਾਨੂੰ ਇਨਵਾਈਟ ਕੀਤਾ ਤਾਂ ਅਸੀਂ ਜਾਣਾ ਹੈ। ਤਾਂ ਕੀ ਹੁੰਦਾ ਹੈ, ਜੇ ਅਸੀਂ ਨਹੀਂ ਜਾ ਪਾ ਰਹੇ
ਤਾਂ ਇਟਸ ਆਰ ਡਿਊਟੀ ਟੂ ਇਨਫੋਰਮ them ਕਿ ਅਸੀਂ ਤੁਹਾਡੇ ਕੋਲ ਨਹੀਂ ਪਹੁੰਚ ਪਾ ਰਹੇ, ਕਿਸੇ ਰੀਜ਼ਨ ਕਰਕੇ ਅਸੀਂ ਨਹੀਂ ਪਹੁੰਚ ਪਾ ਰਹੇ। ਜਾਂ ਫਿਰ ਕਈ ਵਾਰ ਕੀ ਹੁੰਦਾ ਹੈ, ਕੁਝ ਲੋਕਾਂ ਨੇ ਹੋਟਲਸ ਦੀ ਬੁਕਿੰਗ ਕਰਨੀ ਹੁੰਦੀ ਹੈ ਕਿ ਜੇ ਤੁਸੀਂ ਆ ਰਹੇ ਹੋ ਤਾਂ ਵੀ ਸਾਨੂੰ ਰਿਪਲਾਈ ਕਰੋ, ਜੇ ਤੁਸੀਂ ਨਹੀਂ ਆ ਰਹੇ ਤਾਂ ਵੀ ਸਾਨੂੰ ਦੱਸੋ, ਅਸੀਂ ਹੋਟਲਸ ਵਗੈਰਾ ਦੀ ਬੁਕਿੰਗ ਕਰਨੀ ਹੁੰਦੀ ਹੈ। ਤਾਂ ਉਹਨਾਂ ਨੇ RSVP ਨੀਚੇ ਆਪਣਾ ਐਡਰੈਸ ਐਂਡ ਫੋਨ ਨੰਬਰ ਦਿੱਤਾ ਹੁੰਦਾ ਹੈ, ਜਿਹਨੇ ਕਾਰਡ ਪ੍ਰਿੰਟ ਕਰਵਾਇਆ ਹੁੰਦਾ ਹੈ। ਸਪੋਜ਼ ਕਰੋ ਮੇਰੇ ਘਰ ਕੋਈ ਫੰਕਸ਼ਨ ਹੈ, मैं उस फंक्शन ते ਤੁਹਾਨੂੰ इनवाइट किया ते मैं नीचे RSVP लिख के अपना एड्रेस एंड फोन नंबर लिखता। So now it's your duty to inform me whether you are coming or not। ਤੁਸੀਂ ਮੈਨੂੰ ਦੱਸੋਗੇ, ਜੇ ਤੁਸੀਂ ਨਹੀਂ ਆ ਪਾ ਰਹੇ ਤਾਂ ਤੁਸੀਂ ਮੈਨੂੰ ਦੱਸੋਗੇ ਕਿ ਸੌਰੀ ਅਸੀਂ ਆ ਨਹੀਂ ਪਾ ਰਹੇ। ਸੋ ਕਿਸ ਨੰਬਰ ਤੇ ਦੱਸੋਗੇ? ਜੋ RSVP ਦੇ ਨੀਚੇ ਲਿਖਿਆ ਹੋਏਗਾ ਕਿ if you are unable to come then please inform me at this number। ਸੋ ਇਹਦਾ ਮਤਲਬ ਕੀ ਸੀਗਾ, ਔਰ ਅੱਜ ਅਸੀਂ ਇਹਦਾ ਮਤਲਬ ਕੀ ਬਣਾਤਾ। ਅਸੀਂ ਨੀਚੇ ਕੀ ਲਿਖਿਆ ਹੁੰਦਾ ਹੈ, ਨਾਨਕੇ ਐਂਡ ਦਾਦਕੇ, ਇਹ ਵਾਲੀ ਫੈਮਿਲੀ, ਜੋ ਵੀ ਹੈ ਕੁਝ ਵੀ ਲਿਖਿਆ ਹੁੰਦਾ ਹੈ, ਸਿੱਧੂ ਫੈਮਿਲੀ ਔਰ ਵਟਐਵਰ ਕੁਝ ਵੀ ਅਸੀਂ ਲਿਖਿਆ ਹੁੰਦਾ ਹੈ, ਸਾਨੂੰ ਉਹਦਾ ਮਤਲਬ ਨਹੀਂ ਪਤਾ। ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਇਨਵੀਟੇਸ਼ਨ ਕਾਰਡ ਭੇਜਦੇ ਹੋ ਤੇ ਨੀਚੇ RSVP ਲਿਖਿਆ ਹੁੰਦਾ। ਤੁਸੀਂ ਆਪਣੇ ਘਰ ਜਾ ਕੇ ਘਰ ਦੇ ਵਿੱਚ ਜਿੰਨੇ ਵੀ ਕੋਈ ਕਾਰਡ ਪਏ ਹੋਣ ਪੁਰਾਣੇ, ਉਹ ਖੋਲ ਕੇ ਦੇਖਣਾ, RSVP ਜ਼ਰੂਰ ਲਿਖਿਆ ਹੋਏਗਾ, ਲੇਕਿਨ ਉਹਦੇ ਨੀਚੇ ਲਿਖਿਆ ਕੁਝ ਹੋਰ ਹੋਏਗਾ। RSVP ਦੇ ਨੀਚੇ ਹਮੇਸ਼ਾ ਤੁਹਾਡਾ ਐਡਰੈਸ ਐਂਡ ਫੋਨ ਨੰਬਰ ਹੋਣਾ ਚਾਹੀਦਾ ਹੈ, so that anyone could contact you in case your guest is not coming। ਜਾਂ ਉਹਨੇ ਕੁਝ ਵੀ ਤੁਹਾਡੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ, ਜਾਂ ਉਹਨੇ ਆਪਣੀ ਕੋਈ ਬੁਕਿੰਗ ਕੈਂਸਲ ਕਰਵਾਣੀ ਹੈ, ਕੁਝ ਵੀ ਜੋ ਵੀ ਉਹਨੇ ਦੱਸਣਾ ਹੈ ਕਿ ਰਿਪਲਾਈ ਇਫ ਯੂ ਪਲੀਜ਼, ਕਿ ਅਗਰ ਤੁਸੀਂ अगर मैनू रिप्लाई करना है ना तो इस नंबर ते रिप्लाई करो, ठीक है। सो RSVP होता है रिप्लाई इफ यू प्लीज। सो MISC miscellaneous, MLA member of legislative assembly, MO medical officer, MP member of parliament, PhD doctor of philosophy, PM post meridiem afternoon, PTO please turn over, RE rupee, RSVP reply if you please। Now you can ask questions। मैम वाहिगुरु जी का खालसा वाहिगुरु जी की फतेह। हाँ जी बेटे बोलो। मैम लास्ट वाला एक बार दोबारा दस दो। बेटे RSVP ਦਾ ਮਤਲਬ ਹੁੰਦਾ ਹੈ, ਜੇ ਤੁਸੀਂ ਇਹ ਇਨਵੀਟੇਸ਼ਨ ਕਾਰਡ ਦੇ ਉੱਪਰ RSVP ਪੜਿਆ ਕਦੇ ਤੁਸੀਂ ਕਿਸੇ ਦੇ ਵਿਆਹ ਦਾ ਕਾਰਡ ਦੇਖਿਆ ਹੈ ਨਾ, ਵਿਆਹ ਦੇ ਕਾਰਡ ਦੇ ਨੀਚੇ RSVP ਲਿਖਿਆ ਹੁੰਦਾ ਹੈ। ਹਾਂਜੀ ਮੈਮ ਲਿਖਿਆ ਹੁੰਦਾ ਹੈ ਨਾ। ਹਾਂਜੀ ਮੈਮ ਲਿਖਿਆ ਹੁੰਦਾ ਹੈ ਨਾ RSVP। ਇਹਦਾ ਮਤਲਬ ਹੁੰਦਾ ਹੈ RSVP ਦਾ ਮਤਲਬ ਹੁੰਦਾ ਹੈ ਜੇ ਤੁਸੀਂ ਕਿਸੇ ਕਾਰਨ ਕਰਕੇ ਮੇਰੇ ਘਰ ਦੇ ਫੰਕਸ਼ਨ ਤੇ ਨਹੀਂ ਆ ਰਹੇ ਤਾਂ ਇਸ ਨੰਬਰ ਤੇ ਇਨਫੋਰਮ ਕਰੋ, ਜਾਂ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਪੁੱਛਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਮੈਨੂੰ ਪੁੱਛੋ। ਸਮਝ ਰਹੇ ਹੋ? सपोज करो मैं कोई इनविटेशन, मैं ਤੁਹਾਨੂੰ अपने घर ਦੇ ਕਿਸੇ ਵਿਆਹ ਦਾ ਕਾਰਡ ਦੇ ਰਹੀ ਹਾਂ, ठीक? मेरी आवाज आ रही है ਤੁਹਾਨੂੰ? आर यू गेटिंग मी? यस मैम। हाँ, मेरी गल समझ आई ਤੁਹਾਨੂੰ? यस मैम। हाँ, ਜਿਵੇਂ ਤੁਸੀਂ ਮੈਂ ਤੁਹਾਨੂੰ ਵੈਡਿੰਗ ਦਾ ਦਿੱਤਾ, ਸਪੋਜ਼ ਕਰੋ ਮੇਰੇ ਘਰ ਕੋਈ ਵੈਡਿੰਗ ਹੈ, ਮੈਂ ਤੁਹਾਨੂੰ ਇਨਵੀਟੇਸ਼ਨ ਦਿੱਤਾ, ਠੀਕ ਹੈ। ਉਹਦੇ ਵਿੱਚ ਕੀ ਲਿਖਿਆ ਮੈਂ RSVP, ਨੀਚੇ ਮੇਰਾ ਨਾਮ ਹੋਏਗਾ ਕੁਲਵੰਤ ਕੌਰ, ਐਡਰੈਸ ਐਂਡ ਫੋਨ ਨੰਬਰ ਹੋਏਗਾ ਮੇਰਾ। ਜੇ ਤੁਸੀਂ ਮੇਰੇ ਘਰ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਪਾ ਰਹੇ ਹੋ ਤੇ ਤੁਸੀਂ ਪਲੀਜ਼ ਮੈਨੂੰ ਇਨਫੋਰਮ ਕਰੋਗੇ। ਇਹ ਕਲਚਰ ਜਿਹੜਾ, ਸਮਝ ਗਏ? ਓਕੇ ਮੈਮ। ਹੈ ਨਾ, ਇਹ ਕਲਚਰ ਜਿਹੜਾ ਇੰਡੀਆ ਵਿੱਚ ਪ੍ਰੈਵਲੈਂਟ ਨਹੀਂ ਹੈ। ਇੰਡੀਆ ਵਿੱਚ ਲੋਕੀ ਜਿਹੜੇ ਹੈ ਨਾ ਕਿਸੇ ਦੇ ਘਰ ਜਾ ਰਹੇ ਹੈ ਜਾਂ ਨਹੀਂ ਜਾ ਰਹੇ, ਇਨਫੋਰਮ ਕਰਨਾ ਜ਼ਰੂਰੀ ਨਹੀਂ ਸਮਝਦੇ, ਲੇਕਿਨ ਬਾਹਰ ਇਹ ਕਲਚਰ ਹੈ ਜੇ ਤੁਸੀਂ ਕਿਸੇ ਦੇ ਘਰ ਨਹੀਂ ਪਹੁੰਚ ਪਾ ਰਹੇ, ਤੁਹਾਨੂੰ ਇਨਵਾਈਟ ਕੀਤਾ ਗਿਆ ਤੇ ਤੁਸੀਂ ਨਹੀਂ ਪਹੁੰਚੇ ਤਾਂ ਉਹਨੂੰ ਇਸ ਚੀਜ਼ ਨੂੰ ਰੂਡ ਸਮਝਿਆ ਜਾਂਦਾ ਹੈ ਕਿ ਗਲਤ ਹੈ। ਤਾਂ ਲੋਕ ਕੀ ਕਰਦੇ, ਜੋ ਨਹੀਂ ਪਹੁੰਚ ਪਾ ਰਹੇ ਨਾ ਕਿਸੇ ਦੇ ਘਰ, ਤਾਂ ਉਹ ਇਨਫੋਰਮ ਕਰਦੇ ਹੁੰਦੇ ਆ ਕਿ ਅਸੀਂ ਤੁਹਾਡੇ ਘਰ ਨਹੀਂ ਪਹੁੰਚ ਪਾਵਾਂ। ਹਾਂ, ਤਾਂ ਕਿਸ ਨੰਬਰ ਤੇ ਇਨਫੋਰਮ ਕਰਨਾ ਹੈ ਜਾਂ ਕਿਸ ਐਡਰੈਸ ਤੇ ਇਨਫੋਰਮ ਕਰਨਾ ਹੈ, ਕਿਸ ਐਡਰੈਸ ਤੇ। ਕਈ ਵਾਰ ਲੈਟਰ ਵੀ ਲਿਖਦੇ ਆ ਲੋਕ ਕਿ ਅਸੀਂ ਤੁਹਾਡੇ ਘਰ ਵੈਡਿੰਗ ਤੇ ਜਾਂ ਤੁਹਾਡੇ ਕਿਸੇ ਵੀ ਬਰਥਡੇ ਪਾਰਟੀ ਤੇ ਨਹੀਂ ਪਹੁੰਚ ਪਾਵਾਂਗੇ, ਤਾਂ ਨੀਚੇ ਐਡਰੈਸ ਔਰ ਫੋਨ ਨੰਬਰ ਹੋਣਾ ਚਾਹੀਦਾ। ਸੋ RSVP ਦਾ ਮਤਲਬ ਹੁੰਦਾ ਰਿਪਲਾਈ ਇਫ ਯੂ ਪਲੀਜ਼।
ਰਿਪਲਾਈ ਕਰੋ ਅਗਰ ਤੁਸੀਂ ਕੁਝ ਵੀ ਜਿਵੇਂ ਕਹਿਣਾ ਚਾਹੁੰਦੇ ਹੋ ਤਾਂ ਰਿਪਲਾਈ ਕਰੋ। ਜੇ ਅਗਰ ਤੁਸੀਂ ਆ ਰਹੇ ਹੋ ਜਾਂ ਕਈ ਵਾਰ ਕੀ ਹੁੰਦਾ ਅਸੀਂ ਕਹਿੰਦੇ ਆ ਕਿ ਅਸੀਂ ਇੱਕ ਗੈਸਟ ਅਸੀਂ 2 ਜਣੇ ਨੇ ਆਣਾ ਸੀ, ਅਸੀਂ ਇੱਕ ਜਣਾ ਹੀ ਆ ਰਹੇ ਹਾਂ, है ना? गॉट इट? हाँ, समझ आई? यस मैम। हाँ, यस मैम। नेक्स्ट गुरप्रीत कौर ਦਾ ਵੀ ਹੈਂਡ ਰੇਜ਼ ਸੀਗਾ, ਉਹਨਾਂ ਨੂੰ ਵੀ ਲੈ ਲਓ। ਓਕੇ ਦੈਨ ਚੈਟ ਦੇ ਵਿੱਚ ਲਿਖ ਰਹੇ ਹੋ ਤੁਸੀਂ, ਪੁੱਛਿਆ ਕਰੋ। ਇਹ ਹੈ ਪ੍ਰੋਨੰਸੀਏਸ਼ਨ ਆਫ ਮਿਸਲੇਨੀਅਸ। हेलो हाँ जी, हाँ जी, बोलो। हाँ जी मैम। मैम मिसलेनियस दी मैम मैम ਇਹਦਾ ਕੋਈ ਸੈਂਟੈਂਸ ਦੱਸ ਦੋ ਕਿੱਦਾਂ ਯੂਜ਼ ਕਰਨਾ ਹੈ। I have kept this money for miscellaneous expenses. मैं ये पैसे कई miscellaneous मतलब कुछ किसी भी तरह के खर्चों लिए रखे हुए हैं। I have kept this money for miscellaneous expenses. ओके मैम, मतलब मैम किसी भी तरह दी कोई भी किसी भी तरह के खर्चे हो सकते हैं, मेरे एक्सपेंसेस किसी तरह के हो सकते हैं miscellaneous। मैम खर्चे ही हो सकते हैं, मैं तेनू दस्सिया सी गुड्स भी हो सकदियां ने, चीज़ां भी हो सकदियां, miscellaneous goods। ओके मैम, चीज़ां भी हो ओके ओके मैम। हाँ जी, नेक्स्ट मैम वाहिगुरु जी का खालसा वाहिगुरु जी की फतेह। मैम आई वांट टू नो बिफोर द स्लाइड इज देयर डन एनी स्लाइड? No, this is the first one. Because मैम साडे मम्मा गए हुए सीगे ना फोन लेके वर्क कोई काम कर बाहर। This is the very first one. Thank you for telling. हरनूर कौर महकप्रीत कौर ने लिखा हुआ है RSVP रिस्पॉन्ड प्लीज। हाँ, लिख सकते हैं रिस्पॉन्ड प्लीज, ठीक है। रिस्पॉन्ड का मतलब होता है आंसर दो। रिस्पॉन्ड प्लीज। अगर तुसी रिस्पॉन्ड करना चाहते हो इस मैं जो तुहानू इनविटेशन दिता है तो तुसी मैनू इस नंबर ते रिस्पॉन्ड करो, ठीक है जी। ओके, आई एम गोइंग टू शेयर अनदर स्लाइड। हाँ जी महकप्रीत बोलो। मैम लास्ट वाला प्लीज एक्सप्लेन कर दो। बेटे की नहीं समझ आया लास्ट वाले पहले दसो। मैम वो ना एक तम जो RSVP दी प्रोनाउंसिएशन है बेटे मैं तुहानू कैसे हो प्रोनाउंसिएशन इट इज नॉट ऑफ योर यूज। ये फ्रेंच है ते एदी प्रोनाउंसिएशन दे ए ते मैं वैसे ही लिख दित्ती सिर्फ। एदी प्रोनाउंसिएशन तुसी मतलब यू हैव नथिंग टू डू विद दैट। ओके मैम। तो मीनिंग एदा समझ आ गया? नो कि अगर तुसी मेरे घर नहीं आ सकते मेरे इनविटेशन ते तो तुसी मेनू RSVP दे नीचे लिखे वाले नंबर ते रिस्पॉन्ड करो। ओके मैम। रिप्लाई इफ यू प्लीज। ओके मैम। हाँ, थैंक यू। यही मतलब। हाँ जी, नेक्स्ट और भी हैंड रेज सीगे दो। प्रोनाउंसिएशन ऑफ MERIDIUM, मेरिडियम बच्चे, मेरिडियम मेरिडियम। नेक्स्ट टॉपिक स्टार्ट करिए असी। सो मैं एक होर स्क्रीन शेयर कर रही हूँ। रूल्स टू बी फॉलोड इन वर्चुअल क्लासरूम। वर्चुअल वर्ड जिहड़ा है आजकल बहुत यूज हो रहा है ना। वर्चुअल VIRTUAL इज वर्चुअल। वर्चुअल हुंदा है जो चीज है ऑलमोस्ट है वर्गी मतलब एग्जिस्ट कर रही है। हुण जिवें अपना क्लासरूम चल रहा है ना, ठीक है ना, साडी क्लासरूम चल रही है। एक्चुअली ये ओ वाली क्लासरूम नहीं है जो असल दे विच क्लासरूम सीगी। ये की है, वर्चुअल है। एक क्लासरूम है भी ते नहीं भी, ठीक है ना। जिवें जिन्हों असीं कह सकते हैं कंप्यूटर साइबर स्पेस दे विच है, यानी कि कंप्यूटर दे विच इंटरनेट दे विच क्लासरूम चल रही है। लेकिन अगर असीं कहिए क्लासरूम वैसे नहीं है बट वैसे है, ठीक है। सो जिवें असीं कहंदे हैं ना ये वर्चुअल दुनिया, कंप्यूटर दी दुनिया, साइबर स्पेस दी दुनिया। सो ये वर्ड जिहड़ा है वर्चुअल। हुण जो जिहड़ी क्लासरूम साडी चल रही है, जिहड़ी क्लास साडी चल रही है की है, वर्चुअल क्लास है, ठीक है। ये एक्चुअली जिहड़े फिजिकली क्लासरूम दे विच आपां नहीं बैठे हुए, असीं अपने अपने क्लासरूम दे विच नहीं बैठे हुए, स्टिल साडी क्लास चल रही है, स्टिल असीं क्लासरूम दे विच हैगे आ
वो क्लासरूम किथे बनी हुई है, कंप्यूटर दे विच एक स्पेस है उत्थे बनी हुई है जिथे सारे स्टूडेंट्स बैठे हुए हैं, है ना। सो दिस क्लासरूम इज वर्चुअल क्लासरूम, ठीक है, वर्चुअल क्लासरूम। सो रूल्स टू बी फॉलोड इन वर्चुअल क्लासरूम एक नवी चीज है सारिਆਂ ਲਈ, फॉर टीचर्स आल्सो, फॉर स्टूडेंट्स आल्सो। So what things you have to keep in mind while you are having your virtual class? ਜਦੋਂ ਤੁਹਾਡੀ ਇੱਕ ਕਲਾਸ ਚੱਲ ਰਹੀ ਹੈ, you are in virtual classroom, ਕਿਹੜੇ rules ਹੈ ਜੋ ਤੁਹਾਨੂੰ follow ਕਰਨੇ ਚਾਹੀਦੇ ਹੈ, ਠੀਕ। So first one is always be on time. Always be on time. So I had added these sentences so that ਅਸੀਂ ਦੋ ਚੀਜ਼ਾਂ ਕਰ ਲਵਾਂਗੇ, ਇੱਕ ਸਾਨੂੰ virtual classroom ਬਾਰੇ ਪਤਾ ਚੱਲੇਗਾ, secondly ਕੁਝ simple sentences ਹੈ which you can learn, which you can use। but I am telling you this thing again and again, unless you use them, ਨਹੀਂ ਕਰੋਗੇ ਜੇ ਤੁਸੀਂ ਇਹਨਾਂ ਨੂੰ use, ਤੁਹਾਡੇ ਇਹ ਕਲਾਸ ਲਗਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ you don't apply it on your daily life। ਜਿੰਨੇ ਵੀ sentences ਆਪਾਂ ਇੱਥੇ ਕਰ ਰਹੇ ਹਾਂ, ਜੇ ਤੁਸੀਂ ਇਹਨੂੰ यूज नहीं करोगे, ਇਹ ਕਲਾਸ ਲਗਾਉਣ ਦਾ, ਇੰਨੀ ਹਾਰਡ ਵਰਕ ਦਾ ਕੋਈ ਫਾਇਦਾ ਨਹੀਂ। ਸੋ ਜਿੰਨੇ ਵੀ sentences ਅਸੀਂ ਕਰੀ ਜਾ ਰਹੇ ਹਾਂ, ਪਲੀਜ਼ ਉਹਨਾਂ ਨੂੰ ਬਾਰ-ਬਾਰ ਪੜ੍ਹੀ ਜਾਇਆ ਕਰੋ, ਵਿਦਆਊਟ ਬੋਦਰਿੰਗ ਅਬਾਊਟ ਰੂਲਸ ਕਿ ਇੱਥੇ ਇਹ ਕਿਉਂ ਲੱਗਿਆ, ਇੱਥੇ ਇਹ ਕਿਉਂ ਲੱਗਿਆ, ਉਹ ਆਪਾਂ ਬਾਅਦ ਚ ਕਰਾਂਗੇ। ਪਹਿਲੇ ਤੁਸੀਂ ਇੱਕ ਤੁਹਾਡੀ ਸਪੋਕਨ ਥੋੜੀ ਜਿਹੀ ਇੰਪਰੂਵ ਹੋ ਜਾਵੇ ਬਸ। ਆਲਵੇਜ਼ ਬੀ ਔਨ ਟਾਈਮ, ਹਮੇਸ਼ਾ ਟਾਈਮ ਤੇ ਰਹੋ ਜਦੋਂ ਤੁਸੀਂ ਵਰਚੁਅਲ ਕਲਾਸਰੂਮ ਲਗਾ ਰਹੇ ਹੋ। ਅਦਰਵਾਈਜ਼ ਵੀ ਆਪਾਂ ਸਕੂਲ ਚ ਹੁੰਦੇ ਆ, ਅਸੀਂ ਕੀ ਕਰਦੇ ਆ, ਵੀ ਆਰ ਆਲਵੇਜ਼ ਔਨ ਟਾਈਮ। ਸੋ ਅਗਰ ਤੁਸੀਂ ਵਰਚੁਅਲ ਕਲਾਸਰੂਮ ਦੇ ਵਿੱਚ ਹੋ, ਕੰਪਿਊਟਰ ਤੇ ਹੋ, ਤਾਂ ਵੀ ਤੁਸੀਂ this rule is to be followed that you have to be on time। ਹਮੇਸ਼ਾ ਟਾਈਮ ਤੇ ਉਸ ਕਲਾਸ ਨੂੰ ਅਟੈਂਡ ਕਰੋ। ਅਸੀਂ ਕੀ ਦੇਖਦੇ ਆ, ਐਵਰੀ ਡੇ till 11 AM ਸਿਰਫ 20 ਸਟੂਡੈਂਟਸ ਹੈ ਜਿਹੜੇ ਉਹਨਾਂ ਨੇ ਜੁਆਇਨ ਕੀਤਾ ਹੁੰਦਾ, ਬਾਅਦ ਵਿੱਚ ਸਾਰੇ 11:05 ਤੱਕ ਜੁਆਇਨ ਹੁੰਦੇ। ਸੋ ਪਲੀਜ਼ ਬੀ ਔਨ ਟਾਈਮ। ਚੈੱਕ ਯੋਰ ਗੈਜਟਸ ਐਂਡ ਨੈਟਵਰਕ 15 minutes before your class begins। ਤੁਹਾਡੇ ਜਿਹੜੇ ਗੈਜਟਸ ਹੈ, ਗੈਜਟਸ ਕੀ ਹੁੰਦੇ ਆ, ਜਿਵੇਂ ਤੁਹਾਡਾ ਫੋਨ ਹੈ, ਲੈਪਟਾਪ ਹੈ, ਕੈਮਰਾ ਹੈ, ਇਹ ਸਾਰੇ ਕੀ ਗੈਜਟਸ ਹੈ, ਇਹਨਾਂ ਨੂੰ ਅਸੀਂ ਗੈਜਟਸ ਬੋਲਦੇ ਆ, ਹੈ ਨਾ। ਗੈਜਟਸ ਥਿੰਗਸ ਜਿਵੇਂ ਇਹ ਅਸੀਂ ਗੈਜਟਸ ਹੈ ਜਿਨ੍ਹਾਂ ਦਾ ਅਸੀਂ ਯੂਜ਼ ਕਰ ਰਹੇ ਆ ਆਪਣਾ ਕੰਮ ਕਰਨ ਲਈ, ਇਹ ਤੁਹਾਡੇ ਗੈਜਟਸ ਹੈ। ਜਿਵੇਂ ਮੇਰੇ ਕੋਲ ਮੰਨ ਲਓ ਫੋਨ ਹੈ, ਮੇਰੇ ਕੋਲ ਆਈਪੈਡ ਹੈ, ਮੇਰੇ ਕੋਲ ਕੋਈ ਕੰਪਿਊਟਰ ਦਾ ਪੈਨ ਹੈ, ਮੈਂ ਕੀ ਕਵਾਂਗੀ, ਮੇਰੇ ਕੋਲ ਇਹ ਸਾਰੇ ਗੈਜਟਸ ਨੇ, ਇਹਨਾਂ ਨੂੰ ਅਸੀਂ ਕੀ ਕਹਿੰਦੇ, ਗੈਜਟਸ। ਸੋ ਜਿਹੜੇ ਗੈਜਟਸ ਵਿੱਚ ਯੂ ਆਰ ਯੂਜ਼ਿੰਗ ਇਨ ਯੋਰ ਕਲਾਸਰੂਮ, ਉਹਨਾਂ ਨੂੰ ਪਹਿਲੇ ਚੈੱਕ ਕਰੋ। ਮਾਈ ਫੋਨ ਇਜ਼ ਵਰਕਿੰਗ, ਮਾਈ ਲੈਪਟਾਪ ਇਜ਼ ਵਰਕਿੰਗ, ਮਾਈ ਕੈਮਰਾ ਇਜ਼ ਵਰਕਿੰਗ, my microphones are working or not। So you have to check all these things at least 15 minutes prior your class begins। ਤੁਹਾਡੀ ਕਲਾਸ ਸ਼ੁਰੂ ਹੋਣ ਤੋਂ ਘੱਟੋ ਘੱਟ 15 minutes ਪਹਿਲੇ ਉਹਨਾਂ ਨੂੰ ਚੈੱਕ ਕਰੋ। So always be on time and check your gadgets and network 15 minutes before your class begins। Begins means starts। ਇੱਥੇ ਤੁਸੀਂ starts ਵੀ ਲਿਖ ਸਕਦੇ ਹੋ। क्लास शुरू हुंदी है उस तो एटलीस्ट 15 minutes पहले। Find some quiet place to attend your online class। अपनी क्लास लगान लई एक quiet place find करो जिथे कोई शोर ना आवे। Okay, quiet, Q-U-I-E-T, quiet means शांत। एक हुंदा quiet, I'm telling you again, quiet means bilkul, this is quite good, bilkul vadiya hai, this is quite good। Quiet hunda shant। So you have to find a quiet place to attend your online class so that there would be no disturbance, koi disturbance na hove, quiet hove। Be an active listener। Listener means sunan wala। बी मतलब होवो, ਆਪਾਂ ਇੱਕ ਹੋਰ ਸੈਂਟੈਂਸ ਕੀਤਾ ਸੀ ਨਾ, ਬੀ ਔਨ ਟਾਈਮ, ਟਾਈਮ ਤੇ ਹੋਵੋ। ਸੋ ਬੀ ਮੀਨਸ ਹੋਣਾ। ਬੀ ਐਨ ਐਕਟਿਵ ਲਿਸਨਰ।
एक्टिव लिसनर होवो। एक्टिव मतलब तुसी हमेशा तुहाडे जिवें यू हैव टू बी ऑल ईयर्स, एक ईडियम है, यू हैव टू बी ऑल ईयर्स मतलब बिल्कुल अलर्ट होके सुनो। बी एन एक्टिव लिसनर, एक्टिव लिसनर बन के सुनो, एक्टिव होके सुनो कि व्हाट इज बीइंग टोल्ड, की दस्या जा रहा है इन द क्लासरूम। बी एन एक्टिव लिसनर। कीप द एसेंशियल्स नियर यू। एसेंशियल हुंदा है जरूरी, और अगर एसेंशियल दे नाल असी एस लगा देंगे हैं, एसेंशियल मीन जरूरी, एडजेक्टिव है। एसेंशियल्स मीन जरूरी चीज़ां, अपनियां जरूरी चीज़ां अपने नाल रखो, सच एज टेक्स्ट बुक of required subject, like if you are studying any school topic, तुसी स्कूल दी कोई क्लास चल रही है, अपनी टेक्स्ट बुक हुंदा है तुहाडे विषय दी किताब, टेक्स्ट बुक अपने कोल रखो। रफ नोटबुक, पेंसिल, पेन एटसेट्रा टू नोट डाउन द इंपॉर्टेंट पॉइंट्स। तुसी कोई इंपॉर्टेंट पॉइंट्स नोट डाउन करने हैं ते ओ वाली जेड़ी की कहते हैं बुक्स नोटबुक्स और पेन वगैरह, ठीक है। हुण जिस तरह की हो रहा है, आई एम टेकिंग क्लास, विच कैमरा ऑन हो जाता है, कोई किस तरह लेटिया होया, कोई किस तरह लेटिया होया। सो दिस थिंग क्रिएट्स डिस्टर्बेंस। मेरे सामने 2 बार किसी ने कैमरा ऑन कर दिता, एंड यू कैनॉट इमेजिन कि एक टीचर दे सामने ऐदा क्लास लगानी, that looks very awkward। मतलब लेट के और ना कोई अच्छी तरह ड्रेसअप होके, सो इस तरह प्लीज अपना कैमरा ऑन ही ना करें। So keep the essentials near you, such as notebook of required subject, rough notebook, pencil, pen, etc. to note down the important point. So जिन्ने भी important point है note down करने हैं ना, ਉਹਦੇ essentials अपने नेड़े रखो, जरूरी चीज़ां अपने नेड़े रखो। Be respectful towards your teachers and classmates। ਜਦੋਂ ਵੀ ਤੁਸੀਂ virtual classroom 'ਚ ਹੋ, otherwise वैसे भी virtual classroom ਦੇ ਵਿੱਚ ਹੋ, ਆਪਣੇ teachers और अपने classmates ਦੋਨਾਂ ਲਈ respectful ਰਹੋ। respectful ਜਿੱਦਾਂ ਤੁਸੀਂ classroom 'ਚ ਹੁੰਦੇ ਹੋ ਨਾ, ਉਦਾਂ respectful रहना है। वर्चुअल क्लासरूम ਦੀ सिर्फ एक जगह चेंज हुई है, अदरवाइज टीचर्स भी वही होंगे हैं, स्टूडेंट्स भी वही होंगे हैं। सो आई एम गोइंग टू रिपीट देम ऑल। तुसी ये नाल रिपीट करो प्लीज। ऑलवेज बी ऑन टाइम, चेक योर गैजेट्स एंड नेटवर्क 15 minutes before your class begins। Find some quiet place to attend your online class। Be an active listener। Keep the essentials near you, such as textbook of required subject, rough notebook, pencil, pen, etc. to note down the important points। Be respectful towards your teachers and classmates। Any doubts till now? Learn to say please and thank you। Very important, जो कि अक्सर बच्चे नहीं करते। Please and thank you। ਅਸੀਂ सोच रहे हैं कि ਅਸੀਂ virtual classroom 'ਚ ਹੁੰਦੇ ਆ ਨਾ, ਤਾਂ ਅਸੀਂ ਟੀਚਰ ਨਾਲ ਕਿਸੇ ਵੀ ਤਰ੍ਹਾਂ ਗੱਲ ਕਰ ਸਕਦੇ ਹਾਂ। No। ਜਦੋਂ ਤੁਸੀਂ ਕਹਿਣਾ ਹੈ ਮੈਮ ਪਲੀਜ਼ could you tell me this thing, ਉਸ ਤੋਂ ਬਾਅਦ ਜਦੋਂ ਤੁਹਾਨੂੰ ਤੁਹਾਡੇ ਗੱਲ ਦਾ ਆਨਸਰ ਮਿਲ ਗਿਆ ਜਾਂ ਤੁਹਾਡੀ ਪ੍ਰੋਬਲਮ ਹੈ ਉਹ ਸੋਲਵ ਹੋ ਗਈ, ਫਿਕਸ ਹੋ ਗਈ, तो you have to say thank you। मैं अगे भी गल की थी, सॉरी, प्लीज, थैंक यू असी इंडियंस बहुत घट यूज करते हैं, और इन्हां नूं मैजिक वर्ड्स भी कहा जाता है। मैं पहले भी गल की थी, इन्हां नूं मैजिक वर्ड्स इसलिए कहा जाता है क्योंकि ये मैजिक क्रिएट करते हैं। मैजिक किद्दां क्रिएट करते हैं, तुसी किसी नूं कोई गल कह दो, गुस्से नाल बोल दो, तो की होएगा, वो भी तुहानूं गुस्से नाल जवाब देगा। बट अगर तुसी एकदम कह दोगे ना अच्छा सॉरी, तो उदों मैजिक हुंदा है, दूसरे बंदे दा बिहेवियर ही चेंज हो जाता है। और साडी ये आदत बिल्कुल नहीं है, ये 3 वर्ड्स यूज करन दी आदत बिल्कुल नहीं है साडी। एंड आई रिक्वेस्ट यू टू इंट्रोड्यूस
these 3 words in your life, please, sorry, thank you. So learn to say, enu learn to say मतलब enu सिखो कि हर गल च प्लीज थैंक यू तुसी जरूर कहना है, सॉरी जरूर कहना है, ठीक है ना। ये नहीं मैं कह रही कि बिना गल तो ही सॉरी कही जाना है, लेकिन अगर कोई गलती हो गई तो सॉरी कह दो। अगर कुछ किसी तो कुछ रिक्वेस्ट करनी है, कोई चीज लेनी है, कोई यू आर आस्किंग फॉर अ फेवर, से प्लीज, और अगर तुहानू वो चीज मिल जाती है तो भी थैंक यू। Don't join sideline chats with classmates during virtual class. ये चीज मैं इसलिए लिखी because I have noticed ਇੱਥੇ क्लास चल रही ਹੁੰਦੀ ਹੈ, कुछ बच्चे की कर रहे ਹੁੰਦੇ ਹੈ, ਉਹਨਾਂ ਦੀ sideline chats ਚੱਲ ਰਹੀਆਂ ਹੁੰਦੀਆਂ ਆਪਣੇ। ਜਿਵੇਂ ਮੰਨ ਲਓ ਮੈਂ ਇੱਕ ਗੱਲ ਦੱਸੀ ਤੁਹਾਨੂੰ, ਕਿਸੇ ਬੱਚੇ ਨੂੰ ਨਹੀਂ ਸਮਝ ਆਈ, ਉਹ ਕੀ ਕਰਦਾ ਹੈ, ਚੈਟ ਬਾਕਸ ਲਿਖ ਦਿੰਦਾ ਹੈ, ਦੂਸਰਾ ਬੱਚਾ ਕਹੇਗਾ ਉਹਦਾ ਆਨਸਰ ਦੇਣਾ ਸ਼ੁਰੂ ਕਰਦਾ ਹੈ। ਹੁਣ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜੋ ਮੈਂ ਦੱਸ ਰਹੀ ਹਾਂ ਉਹਦੇ ਤੋਂ ਧਿਆਨ ਹਟ ਗਿਆ, ਠੀਕ ਹੈ। ਸੋ ਡੋਂਟ ਜੁਆਇਨ ਸਾਈਡਲਾਈਨ ਚੈਟਸ ਵਿਦ ਕਲਾਸ। ਸਾਈਡਲਾਈਨ ਚੈਟਸ ਮਤਲਬ ਉਹ ਜਿਹੜੀ ਸਾਈਡ ਤੇ ਚੈਟ ਚੱਲ ਰਹੀ ਹੈ, ਜਦੋਂ ਵਰਚੁਅਲ ਕਲਾਸ ਤੁਹਾਡੀ ਚੱਲ ਰਹੀ ਹੈ, ਜਦੋਂ ਤੁਹਾਡੀ ਕਲਾਸ ਚੱਲ ਰਹੀ ਹੈ, ਉਹਦੇ ਵਿੱਚ ਸਾਈਡਲਾਈਨ ਚੈਟਸ ਨਾ ਜੁਆਇਨ ਕਰੋ ਪਲੀਜ਼। ਔਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਪਲੀਜ਼ ਤੁਸੀਂ ਯੂ ਕੈਨ ਸਵਿਚ ਔਨ ਯੋਰ ਵੀਡੀਓ ਔਰ ਤੁਸੀਂ ਪੁੱਛ ਸਕਦੇ ਹੋ। चैट बॉक्स ਦੇ ਵਿੱਚ ਕੀ ਹੁੰਦਾ ਹੈ, ਬਾਰ-ਬਾਰ ਅਗਰ ਉਹ ਚੈਟ ਆ ਰਹੀ ਹੈ ਨਾ, ਕਈ ਵਾਰ ਉਹ ਚੈਟ ਮਿਸ ਹੋ ਜਾਂਦੀ ਹੈ, ਕਈ ਵਾਰ ਮੈਂ ਨਹੀਂ ਲੈ ਪਾਉਂਦੀ, ਜਦੋਂ ਸਕਰੀਨ ਸ਼ੇਅਰ ਹੁੰਦੀ ਹੈ ਮੈਨੂੰ ਸਾਰੀ ਚੈਟਸ ਕਲੀਅਰ ਵੀ ਨਹੀਂ ਹੁੰਦੀਆਂ ਨੇ। ਸੋ ਸਾਈਡਲਾਈਨ ਚੈਟਸ ਜਿਹੜੀਆਂ ਆਪਣੇ ਕਲਾਸਮੇਟਸ ਨਾਲ ਨਾ ਕਰੋ ਜਦੋਂ ਵਰਚੁਅਲ ਕਲਾਸ ਚੱਲ ਰਹੀ ਹੁੰਦੀ ਹੈ। ਯੂਜ਼ ਯੋਰ ਰੀਅਲ ਨੇਮਸ। ਤੁਸੀਂ ਸਾਰਿਆਂ ਨੂੰ ਬਹੁਤ ਵਾਰ ਕਿਹਾ ਮੈਂ ਕਿ ਤੁਸੀਂ ਆਪਣੇ ਨੀਚੇ ਨਾ ਨਾਮ ਲਿਖਿਆ ਕਰੋ, ਠੀਕ ਹੈ। ਉੱਥੇ ਰੀਅਲ ਨੇਮਸ ਲਿਖੋ, ਉੱਥੇ ਆਪਣੇ ਨਿਕਨੇਮ ਜਾਂ ਪੈਚ ਨੇਮ ਲਿਖਣ ਦੀ ਲੋੜ ਨਹੀਂ ਹੁੰਦੀ, ਜੋ ਤੁਹਾਡਾ ਨਾਮ ਹੈ ਉਹੀ ਨਾਮ ਲਿਖੋ, ਠੀਕ ਹੈ। ਨੈਕਸਟ ਹੈ sentences that can be used in the virtual classroom. ਤੁਸੀਂ ਕਿਹੜੇ-ਕਿਹੜੇ sentences use ਕਰ ਸਕਦੇ ਹੋ। Ma'am, your voice is getting blocked. ਮੰਨ ਲਓ ਮੇਰੀ ਆਵਾਜ਼ ਤੁਹਾਨੂੰ ਟੁੱਟ-ਟੁੱਟ ਕੇ ਆ ਰਹੀ ਹੈ ਨਾ, ਵਿੱਚ ਰੁਕ-ਰੁਕ ਕੇ ਆ ਰਹੀ ਹੈ। ਬਲੌਕ ਹੁੰਦਾ ਕਿਸੇ ਚੀਜ਼ ਦਾ ਰੁਕ ਜਾਣਾ, ਤਾਂ ਤੁਸੀਂ ਕਹਿ ਸਕਦੇ ਹੋ ਮੈਮ your voice is getting blocked. Ma'am, your voice is getting blocked. ਇਹ sentences use मतलब ਇਹ ਤੁਸੀਂ याद रखने हैं, याद करने हैं, ठीक है। Ma'am, I am not able to see the screen presented by you. Ma'am, I'm not able to see the screen presented by you. ਹੁਣ ਦੇਖੋ ਕਈ ਵਾਰ ਕੀ ਹੁੰਦਾ, ਸਕਰੀਨ ਜਿਹੜੀ ਹੈ ਉਹ ਸਾਰਿਆਂ ਨੂੰ ਨਹੀਂ ਸ਼ੋ ਹੋ ਰਹੀ ਹੁੰਦੀ। ਹਾਂਜੀ ਲਖਵੀਰ ਬੋਲੋ। मैम पहले नेटवर्क प्रॉब्लम थी तो करके मैम मैं क्वेश्चन पाई। एंड मैम मेरा क्वेश्चन है कि जो तुसी गैजेट्स दसिया वो ਆਪਾਂ ਕੋਈ ਵੀ ਲੈ ਸਕਦੇ ਹਾਂ ਜਿੱਦਾਂ ਨੈਟਵਰਕ ਦੇ ਨਾਲ ਰਿਲੇਟਡ ਕੋਈ ਵੀ ਆਪਣਾ ਫੋਨ ਵਗੈਰਾ ਜਾਂ बेटा I am not getting you, can you please repeat? मैं गैजेट दसिया हाँ चलो ਆਪਾਂ ਫਿਰ ਲੈਂਦੇ ਆ another question. So ma'am, ਲਖਵੀਰ your voice is getting blocked. ਤੁਹਾਡੀ ਆਵਾਜ਼ ਟੁੱਟ-ਟੁੱਟ ਕੇ ਆ ਰਹੀ ਹੈ, ਠੀਕ ਹੈ, ਬਲੌਕ ਹੋ ਰਹੀ ਹੈ, ਰੁਕ ਰਹੀ ਹੈ। Your voice is getting blocked. Next is ਤੁਸੀਂ ਮੈਮ ਜਾਂ ਸਰ ਕੁਝ ਵੀ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕਲਾਸ ਚੱਲ ਰਹੀ ਹੈ ਤਾਂ। ਜਿਵੇਂ ਤੁਹਾਡੇ ਕੋਈ ਮੇਲ ਟੀਚਰ ਪੜ੍ਹਾ ਰਹੇ ਹਨ ਤਾਂ ਤੁਸੀਂ ਉਹਨਾਂ ਨੂੰ ਸਰ ਵੀ ਲਿਖ ਸਕਦੇ ਹੋ ਜਾਂ ਬੋਲ ਸਕਦੇ ਹੋ I am not able to see the screen presented by you. Sometimes what happens, मेरी screen बाकियों ਨੂੰ नजर आ रही है, किसी एक बच्चे ਨੂੰ नजर नहीं आ रही, तो की कहेगा I am not able to see the screen presented by you. ਜਿਹੜੀ ਤੁਸੀਂ screen ਦਿਖਾ ਰਹੇ ਹੋ मैं ਉਹਨੂੰ नहीं, ਮੈਨੂੰ नहीं नजर आ रही, ठीक है। Ma'am, some students are sending unnecessary messages in the chat box. कई बार बच्चे unnecessary messages send, ਆਪਾਂ ਉਸ ਦਿਨ unnecessary word ਕੀਤਾ ਸੀ ਨਾ,
अननेसेसरी ਹੁੰਦਾ जो नेसेसरी नहीं है, जो जरूरी नहीं है। सो अगर कुछ स्टूडेंट्स अननेसेसरी मैसेजेस सेंड कर रहे हैं ਤਾਂ ਤੁਸੀਂ ਉੱਥੇ ਕੀ ਕਹੋਗੇ? some students are sending unnecessary messages in the chat box. Ma'am, I didn't get you. get ਦਾ ਮਤਲਬ ਹੁੰਦਾ, ਵੈਸੇ ਤਾਂ get ਮਤਲਬ ਹੁੰਦਾ ਲੈਣਾ, ਪਰ ਜਦੋਂ ਅਸੀਂ ਕਹਿੰਦੇ ਨਾ I'm not getting you, I don't get you, I didn't get you, ਤਾਂ ਮਤਲਬ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ। could you please repeat it? ਤੁਸੀਂ ਇਸ ਚੀਜ਼ ਨੂੰ ਰਿਪੀਟ ਕਰ ਦੋਗੇ? ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਈ, I didn't get you। ਇਹ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਵੀ, ਜਿਵੇਂ ਮੈਂ ਵੀ ਤੁਹਾਨੂੰ ਪੁੱਛਦੀ ਆ ਨਾ, ਮੈਨੂੰ ਤੁਹਾਡੀ ਗੱਲ ਜਦੋਂ ਸਮਝ ਨਹੀਂ ਆ ਰਹੀ ਹੁੰਦੀ, ਮੈਂ ਹੀ ਕਹਿੰਦੀ ਆ ਨਾ I'm not getting you, I don't get you, I didn't get you, ਤਾਂ ਤੁਸੀਂ ਇਹ ਕੁਝ ਵੀ ਯੂਜ਼ ਕਰ ਸਕਦੇ ਹੋ। ਮੈਮ I didn't get you, could you please repeat it? ਤੁਸੀਂ ਇਹ ਗੱਲ ਰਿਪੀਟ ਕਰ ਦੋਗੇ? ਮੈਮ I didn't catch the last word. catch ਹੁੰਦਾ ਫੜਨਾ, last word ਮੈਂ नहीं फड़ पाई, मतलब ਮੈਨੂੰ समझ नहीं आई लास्ट वर्ड दी। could you please repeat it? जो तुसी लास्ट विच बोलिया मैं उन्हें कैच नहीं कर पाई या कर पाया, तुसी उन्हें रिपीट कर दोगे? मैम I didn't catch the last word, could you please repeat it? ਆਪਾਂ ਇੱਕ ਵਾਰ ਰਿਵਾਈਜ਼ ਕਰਾਂਗੇ ਫਿਰ। मैम your voice is getting blocked. मैम I am not able to see the screen presented by you. Ma'am, some students are sending unnecessary messages in the chat box. Ma'am, I didn't get you. Could you please repeat it? Ma'am, I didn't catch the last word. Could you please repeat it? Next is, ma'am, Dash wants to join the class. ਤੁਹਾਡੀ ਕੋਈ friend ਹੈ, ਉਹ class join ਕਰਨਾ ਚਾਹੁੰਦੀ ਹੈ, but ਕੀ ਹੁੰਦਾ ਜਦੋਂ class ਚੱਲ ਰਹੀ ਹੁੰਦੀ ਹੈ ਨਾ, ਤੇ ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ enter ਕਰ ਲੈਂਦੇ ਆ, ਪਰ ਕਈ ਵਾਰ ਕੀ ਹੁੰਦਾ ਹੈ, ਕਈ ਬੱਚੇ ਜਦੋਂ ਕਲਾਸ ਅਸੀਂ ਬੰਦ ਕਰ ਦਈਏ ਨਾ ਤਾਂ ਕੁਝ ਬੱਚੇ ਐਂਟਰ ਨਹੀਂ ਕਰ ਪਾਉਂਦੇ। ਉਸ ਕੇਸ ਦੇ ਵਿੱਚ ਮੰਨ ਲਓ ਤੁਹਾਡੀ ਫਰੈਂਡ ਨੇ ਤੁਹਾਨੂੰ ਫੋਨ ਕੀਤਾ ਕਿ ਪਲੀਜ਼ ਮੈਮ ਨੂੰ ਰਿਕੁਐਸਟ ਕਰਦੇ ਮੈਂ ਐਂਟਰ ਹੋਣਾ ਹੈ ਕਲਾਸ ਦੇ ਵਿੱਚ, ਤਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਮੈਮ ਮਾਈ ਫਰੈਂਡ ਵਾਂਟਸ ਟੂ ਜੁਆਇਨ ਦ ਕਲਾਸ, ਪਲੀਜ਼ ਅਲਾਓ ਹਰ ਔਰ ਹਿਮ ਟੂ ਜੁਆਇਨ। ਉਹਨੂੰ ਵੀ ਜੁਆਇਨ ਕਰਵਾ ਲਓ, ਪਲੀਜ਼ ਅਲਾਓ ਹਿਮ ਟੂ ਜੁਆਇਨ ਜਾਂ ਅਲਾਓ ਹਰ ਟੂ ਜੁਆਇਨ। ਮੈਮ ਮਾਈ ਫਰੈਂਡ ਕਾਲਡ ਮੀ ਐਂਡ ਸੈਡ that he would be unable to join. ਜਿਵੇਂ ਕਿ ਕੋਈ ਦੇਖੋ ਬੱਚੇ ਸਾਰੇ ਚੀਜ਼ਾਂ ਨਾ ਦੇਖੋ ਇਹਦੇ ਵਿੱਚ ਕਿੰਨੇ ਇਹ ਮੈਨਰਫੁਲ ਚੀਜ਼ਾਂ ਨੇ ਕਿ ਅਗਰ ਕੋਈ ਕਲਾਸ ਨਹੀਂ ਅਟੈਂਡ ਕਰ ਪਾ ਰਿਹਾ ਉਹਨੂੰ ਵੀ ਦੱਸਣਾ ਚਾਹੀਦਾ ਹੈ, ਕੋਈ ਕਲਾਸ ਆ ਰਿਹਾ ਹੈ ਉਹਨੂੰ ਵੀ ਦੱਸਣਾ ਚਾਹੀਦਾ ਹੈ। ਪਲੀਜ਼ ਦਾ ਦੇਖੋ ਕਿਸ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ ਨਾ। my friend called me and said that he would be unable to join. ਮੇਰੀ ਫਰੈਂਡ ਨੇ ਮੈਨੂੰ ਹੁਣੇ ਕਾਲ ਕੀਤਾ ਸੀ ਤੇ ਉਹਨੇ ਕਿਹਾ ਸੀ ਉਹ ਕਲਾਸ ਜੁਆਇਨ ਨਹੀਂ ਕਰ ਸਕਦੀ। So this is your duty to inform the teacher that you are joining or your friend is joining or not joining the class. Sir, I joined the class late because there was some network issue. कई बार network issue करके class जड़ी है ना वो late हो जाते हो तुसी, तो तुसी उत्थे की apologize कर सकते हो, sorry feel कर सकते हो। I joined the class late because there was some network issue। जिवें हुण मैं तुहानू पुछा कल class क्यों नहीं join कीती ਤਾਂ ਤੁਸੀਂ ਕਹਿ ਸਕਦੇ ਹੋ there was some network issue ma'am, that is why I was unable to join the class yesterday। ਇਦਾਂ ਕਹਿ ਸਕਦੇ ਹੋ, ਠੀਕ ਹੈ। sir या ma'am, yesterday I couldn't join the class due to power cut। power cut ਕੀ ਹੁੰਦਾ ਹੈ? ਉਸ ਦਿਨ ਵੀ ਤੁਸੀਂ ਪੁੱਛਿਆ ਸੀ ਲਾਈਟ ਚਲੀ ਗਈ ਤਾਂ ਅਸੀਂ ਉਹਨੂੰ ਕੀ ਕਹਿੰਦੇ ਆ power cut। there was no electricity, there was a power cut। ਅਸੀਂ ਕੱਲ ਨਹੀਂ ਸੀ ਜੁਆਇਨ ਕਰ ਸਕੇ because of power cut। so power cut ਕੀ ਹੁੰਦਾ ਜਦੋਂ ਲਾਈਟ ਨਹੀਂ ਹੁੰਦੀ। sir या ma'am, please fix the camera। ਹੁਣ fix the camera, fix ਕੀ ਹੁੰਦਾ ਹੈ? ਵੈਸੇ ਤਾਂ fix ਦਾ ਮਤਲਬ ਹੁੰਦਾ ਹੈ ਨਾ ਵੀ ਕਿਸੇ ਚੀਜ਼ ਨੂੰ ਕਿਤੇ fix ਕਰ ਦੇਣਾ। ਜਦੋਂ ਕੋਈ ਪ੍ਰੋਬਲਮ ਹੋਵੇ ਨਾ, ਪ੍ਰੋਬਲਮ ਨੂੰ ਠੀਕ ਕਰਨ ਨੂੰ ਵੀ fix ਕਰਨਾ ਕਹਿੰਦੇ। ਕੋਈ ਪ੍ਰੋਬਲਮ ਹੋਵੇ ਉਸ ਪ੍ਰੋਬਲਮ ਨੂੰ ਵੀ ਠੀਕ ਕਰਨ ਨੂੰ fix ਕਰਨਾ ਕਹਿੰਦੇ। ਹੁਣ ਪਲੀਜ਼ ਫਿਕਸ ਦਾ ਕੈਮਰਾ ਮਤਲਬ ਜਿਹੜਾ ਤੁਹਾਡਾ ਕੈਮਰਾ ਠੀਕ ਨਹੀਂ ਹੈ ਉਹਨੂੰ ਠੀਕ ਕਰ ਲਓ। ਕਈ ਵਾਰ ਟੀਚਰ ਦਾ ਕੈਮਰਾ ਜਿਹੜਾ ਹੈ ਉਹ ਬੱਚਿਆਂ ਨੂੰ ਸਹੀ ਤਰੀਕੇ ਨਹੀਂ ਹੋ ਰਿਹਾ ਹੁੰਦਾ ਹੈ ਨਾ। ਸੋ ਤੁਸੀਂ ਕਹਿ ਸਕਦੇ ਹੋ ਮੈਮ ਜਾਂ ਸਰ ਪਲੀਜ਼ ਫਿਕਸ ਦਾ ਕੈਮਰਾ, ਆਪਣਾ ਕੈਮਰਾ ਠੀਕ ਕਰ ਲਓ। ਠੀਕ ਕਰ, ਫਿਕਸ ਦਾ ਕੈਮਰਾ, ਕੈਮਰਾ ਲਗਾ ਲਓ ਨਹੀਂ, ਫਿਕਸ ਕਰ ਲਓ ਮਤਲਬ ਠੀਕ ਕਰ ਲਓ, ਮਤਲਬ ਸਾਨੂੰ ਪ੍ਰੋਪਰਲੀ ਤੁਹਾਡਾ ਫੇਸ ਹੈ ਨਾ ਉਹ ਨਹੀਂ ਨਜ਼ਰ ਆ ਰਿਹਾ। ਜਾਂ ਜਿਵੇਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੇਰੇ ਫੋਨ ਦੇ ਵਿੱਚ ਪ੍ਰੋਬਲਮ ਆ ਗਈ ਹੈ, I want to fix it।
मैं इस प्रॉब्लम ਨੂੰ ठीक करना चाहती हाँ, fix. Then ma'am, my microphone or camera is not working. Microphone ਹੁੰਦਾ ਹੈ ਜਿਵੇਂ ਜਿਹੜਾ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਉਹਨੂੰ ਮਾਈਕਰੋਫੋਨ ਕਹਿੰਦੇ ਆ, ਜਿਹਦੇ ਥਰੂ ਤੁਸੀਂ ਹੈ ਨਾ ਜਿਵੇਂ ਅਸੀਂ ਕਹਿੰਦੇ ਆ ਸਪੀਕਰ ਨਹੀਂ ਸੌਰੀ, ਜਿਹਨੂੰ ਆਪਾਂ ਕਹਿੰਦੇ ਆ ਤੁਹਾਡਾ ਮਾਈਕਰੋਫੋਨ ਹੀ ਕਹਿੰਦੇ ਆ ਅਸੀਂ ਉਹਨੂੰ, ਕਿ ਉਹਨੂੰ ਠੀਕ ਕਰ ਲਓ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਨਾ, ਉਹਨੂੰ ਫਿਕਸ ਕਰ ਲਓ। ਸੋ ਮਾਈਕਰੋਫੋਨ ਹੁੰਦਾ, ਮਾਈਕਰੋ ਮੀਨਸ ਵੈਰੀ ਸਮਾਲ ਫੋਨ ਜਿਹਦੇ ਥਰੂ ਤੁਸੀਂ ਗੱਲ ਕਰ ਰਹੇ ਹੋ। ਕੈਮਰਾ, ਜਿਵੇਂ ਕਈ ਵਾਰ ਤੁਹਾਡਾ ਕੈਮਰਾ ਨਹੀਂ ਚੱਲ ਰਿਹਾ, is not working, microphone nahi chal raha, so my microphone is not working, my phone is not working. Not working matlab nahi chal raha, not working. So I'm going to repeat all of them. Ma'am, my friend wants to join the class, please allow him or allow her to join. Ma'am, my friend called me and said that he would be unable to join. Sir, I joined the class late because there was some network issue. कोई network da issue सिगा ओदे करके है ना। Sir, yesterday I couldn't join the class due to power cut. Sir, please fix the camera. Ma'am, my microphone or camera is not working. हाँ जी, हुन दसो लखवीर। हाँ जी बेटे। जो तुसी मैम जो तुसी फर्स्ट दस्या रिपीट कर दो जी। join the class wants to join the class, please allow। डैश बेटे मैं डैश पाता, जिਵੇਂ ਮੰਨ ਲਓ ਲਖਵੀਰ ਨੇ ਕਹਿਣਾ ਹੋਵੇ ਮੈਮ ਰੁਪਿੰਦਰ wants to join the class, ਤਾਂ ਮੈਂ ਡੈਸ਼ ਪਾਤਾ, ਇੱਥੇ ਤੁਸੀਂ ਆਪਣੇ ਫਰੈਂਡ ਦਾ ਨਾਮ ਲਿਖ ਸਕਦੇ ਹੋ ਨਾ। ਮੈਮ ਡੈਸ਼ wants है ना, wants to join the class, please allow her to join। हाँ जी, है ना। हाँ जी, हाँ जी। और ਤੁਸੀਂ मींस ਪਹਿਲੇ कि मैम जितना ਆਪਾਂ ਕਹਦੇ ਕਿ ਕੋਈ ਜਿੱਦਾਂ ਮੈਮ ਆਪਾਂ ਕਹਦੇ ਕਿ ਕੋਈ ਲੇਟ ਹੋ ਗਿਆ ਤਾਂ ਉਹਨੇ ਜੁਆਇਨ ਕਰਨਾ ਵਾ। ਹਾਂ ਲੇਟ ਹੋ ਗਿਆ ਕਈ ਵਾਰ ਕਿ ਹਾਂ ਉੱਥੇ ਜਦੋਂ ਨਾ ਅਸੀਂ ਲੋਕ ਤਾਂ ਕਲਾਸ ਨੂੰ ਬੰਦ ਨਹੀਂ ਕਰਦੇ ਨਾ, ਕਈ ਵਾਰ ਕੀ ਹੁੰਦਾ ਜਦੋਂ ਟਾਈਮ ਓਵਰ ਹੋ ਜਾਂਦਾ ਹੈ ਨਾ ਤਾਂ ਕਲਾਸ ਨੂੰ ਲੌਕ ਕਰ ਦਿੱਤਾ ਜਾਂਦਾ ਹੈ। ਬਾਕੀ ਸਕੂਲਸ ਦੇ ਵਿੱਚ ਲਾਈਕ ਹਾਂਜੀ ਮੈਮ ਹਾਂ ਬਾਕੀ ਸਕੂਲਸ ਦੇ ਵਿੱਚ ਸਾਰਿਆਂ ਵਿੱਚ ਇਦਾਂ ਹੁੰਦਾ ਹੈ, ਜਿਵੇਂ ਕੀ ਹੁੰਦਾ ਹੈ ਹੁਣ ਸਪੋਜ਼ ਕਰੋ ਜਿਵੇਂ ਮੇਰੇ ਬੇਟੇ ਹੈ ਉਹ ਕੀ ਕਰਦੇ, ਉਹਨਾਂ ਦੀ ਕਲਾਸ ਅਗਰ 5 ਮਿੰਟਸ ਵੀ ਲੇਟ ਹੋ ਗਏ ਨਾ ਤਾਂ ਟੀਚਰ ਹੈ ਉਹ ਰੂਮ ਨੂੰ ਲੌਕ ਕਰ ਦਿੰਦੇ ਆ, ਆਪਣਾ ਕਲਾਸਰੂਮ ਜਿਹੜਾ ਹੈ ਵਰਚੁਅਲ ਕਲਾਸਰੂਮ ਲੌਕ ਕਰ ਦਿੰਦੇ ਆ, ਵਰਚੁਅਲੀ ਲੌਕ ਕਰ ਦਿੰਦੇ ਹੈ ਨਾ, ਅਸਲ ਚ ਲੌਕ ਨਹੀਂ ਲਗਾਉਂਦੇ ਪਰ ਲੌਕ ਹੋ ਜਾਂਦੀ ਹੈ ਕਲਾਸ, ਹੈ ਨਾ, ਕਲਾਸ ਲੌਕ ਹੋ ਜਾਂਦੀ ਹੈ। ਤਾਂ ਫਿਰ ਉਹ ਮੈਸੇਜ ਪਾਉਂਦੇ ਆ ਕਿ ਪਲੀਜ਼ ਅਲਾਓ ਮੀ ਟੂ ਜੁਆਇਨ ਦ ਕਲਾਸ, देयर वाज अ ਨੈਟਵਰਕ ਇਸ਼ੂ, ਮੈਂ ਇਸ ਲਈ ਲੇਟ ਹੋ ਗਿਆ, ਪਲੀਜ਼ ਅਲਾਓ ਮੀ ਟੂ ਜੁਆਇਨ। ਜਾਂ ਉਹਦੇ ਫਰੈਂਡ ਹੈ ਉਹ ਮੈਮ ਨੂੰ ਰਿਕੁਐਸਟ ਕਰ ਦੇਣ ਕਿ ਮੈਮ ਮਾਈ ਫਰੈਂਡ ਵਾਂਟਸ ਟੂ ਜੁਆਇਨ ਦ ਕਲਾਸ, ਪਲੀਜ਼ ਅਲਾਓ ਹਰ ਟੂ ਜੁਆਇਨ ਜਾਂ ਅਲਾਓ ਹਿਮ ਟੂ ਜੁਆਇਨ। ਗॉट इट? ਓਕੇ ਮੈਮ। ਮੈਮ ਜੋ ਮੈਂ ਪੁੱਛਿਆ ਮੈਂ ਕਿ ਜੋ ਗੈਜਟਸ ਦੱਸਿਆ ਤੁਸੀਂ ਹੈ ਨਾ ਮੈਮ, ਤੁਸੀਂ ਕਿਹਾ ਕਿ ਫੋਨ ਜਾਂ ਲੈਪਟਾਪ ਵਗੈਰਾ ਪਰ ਰੱਖ ਸਕਦੇ ਆ ਨਾ ਮੈਮ, ਉਦਾਂ ਜਿੱਦਾਂ ਆਪਾਂ ਕਹਿੰਦੇ ਕਿ ਨੈਟਵਰਕ ਵਾਲੀ ਕੋਈ ਵੀ ਚੀਜ਼ ਹੋ ਸਕਦੀ ਹੈ, ਕੋਈ ਵੀ ਚੀਜ਼। ਬੇਟੇ ਗੈਜਟਸ ਹੁੰਦੇ ਆ ਡਿਵਾਈਸਿਸ, ਡਿਵਾਈਸ ਮਤਲਬ ਕੋਈ ਵੀ ਮਸ਼ੀਨ ਟਾਈਪ ਆਫ ਚੀਜ਼, ਜਿਵੇਂ ਮੰਨ ਲਓ ਤੁਸੀਂ ਕਿਚਨ ਦੇ ਵਿੱਚ ਕੰਮ ਕਰ ਰਹੇ ਹੋ ਹੈ ਨਾ, ਕਿਚਨ ਦੇ ਵਿੱਚ ਤੁਹਾਡੇ ਕੋਲ ਇੱਕ ਤਾਂ ਕੰਮ ਤੁਸੀਂ ਮੈਨੂਅਲੀ ਕਰ ਰਹੇ ਹੋ, ਤੁਸੀਂ ਸਬਜ਼ੀ ਨੂੰ ਹੱਥ ਨਾਲ ਹੀ ਕੱਟ ਰਹੇ ਹੋ, ਹੱਥ ਨਾਲ ਹੀ ਛਿਲ ਰਹੇ ਹੋ ਹੈ ਨਾ। ਇੱਕ ਤੁਸੀਂ ਕੀ ਕੀਤਾ ਹੋਇਆ, ਤੁਸੀਂ ਲਸਣ ਛਿਲਣ ਲਈ ਅਲੱਗ ਚੀਜ਼ ਰੱਖੀ ਹੋਈ ਹੈ, ਪਿਆਜ਼ ਛਿਲਣ ਲਈ ਅਲੱਗ ਚੀਜ਼ ਰੱਖੀ ਹੋਈ ਹੈ, ਸਬਜ਼ੀ ਚੌਪ ਕਰਨ ਲਈ ਅਲੱਗ ਚੀਜ਼ ਰੱਖੀ ਹੋਈ ਹੈ। ਤਾਂ ਮਤਲਬ ਤੁਹਾਡੀ ਕਿਚਨ 'ਚ ਬਹੁਤ ਸਾਰੇ ਗੈਜਟਸ ਨੇ, डिवाइसेस ने, समझ रहे हो? ओके मैम। हाँ ये हुंदे गैजेट्स हुंदे कोई ऐसे डिवाइस टूल जेड़ा ਤੁਹਾਡਾ ਕੰਮ ਨੂੰ ਮਸ਼ੀਨੀ ਕੰਮ ਨੂੰ ਈਜ਼ੀ ਕਰ, ਮਸ਼ੀਨੀ ਤੌਰ ਤੇ ਕਰ ਦਿੰਦੇ, ਠੀਕ ਹੈ? ਤਾਂ ਇਹ ਗੈਜਟਸ ਹੁੰਦੇ ਆ। ओके मैम। ओके मैम। एंड मैम जो ਤੁਸੀਂ ਦੱਸਿਆ ਕਿ I couldn't join the class due to power cut, मैम ਇਹਦਾ ਮੀਨਸ ਕਿ ਜਦ ਲਾਈਟ ਦੀ ਕੱਟ ਦੀ ਕਾਰਨ ਪਾਵਰ ਕੱਟ ਹੁੰਦਾ ਲਾਈਟ ਜਦ ਜਾਣਾ, ਪਾਵਰ ਕੱਟ ਲੱਗਿਆ ਹੁੰਦਾ ਹੈ ਨਾ, ਮਤਲਬ ਪਾਵਰ ਹੁੰਦੀ ਹੈ। ਓਕੇ ਮੈਮ। ਪਾਵਰ ਹੈ ਨਾ, ਇਹਨੂੰ ਅਸੀਂ ਪਾਵਰ ਕਾਮ ਕਹਿੰਦੇ ਆ, ਜਿਵੇਂ PSPCL ਪਾਵਰ ਕਾਮ, ਪਾਵਰ ਲਾਈਟ ਨੂੰ ਕਹਿੰਦੇ ਆਪਾਂ, ਤੇ ਪਾਵਰ ਕੱਟ ਲੱਗਿਆ ਹੋਇਆ ਮਤਲਬ ਲਾਈਟ ਗਈ ਹੋਈ ਹੈ। ਹਾਂਜੀ ਮਨਪ੍ਰੀਤ ਬੋਲੋ ਬੇਟੇ। I didn't catch the last word. Could you please repeat it? You want to know the meaning of this sentence? Yes, ma'am.
ਇਹਦਾ ਮਤਲਬ ਹੈ ਮੈਨੂੰ ਜਿਹੜਾ ਤੁਸੀਂ ਪੂਰੀ ਮੈਨੂੰ ਬਾਕੀ ਚੀਜ਼ ਤਾਂ ਸਮਝ ਆ ਗਈ, ਲਾਸਟ ਵਰਡ ਮੈਂ ਕੈਚ ਨਹੀਂ ਕਰ ਪਾਈ, ਸਮਝ ਨਹੀਂ ਪਾਈ। ਕੈਚ ਆਪਾਂ ਕਹਿੰਦੇ ਨਾ ਵੀ ਉਹੀ ਸਮਝ ਨਹੀਂ ਪਾਈ ਮੈਂ, I didn't get it, ਮੈਨੂੰ ਸਮਝ ਨਹੀਂ, ਮੈਂ ਕੈਚ ਨਹੀਂ ਕਰ ਪਾਈ, ਮੈਂ ਉਸ ਚੀਜ਼ ਨੂੰ ਪਕੜ ਨਹੀਂ ਪਾਈ, ਤੁਸੀਂ ਕੀ ਕਿਹਾ ਸਮਝ ਨਹੀਂ ਪਾਈ ਉਹਨੂੰ ਅੱਛੀ ਤਰ੍ਹਾਂ, ਸੋ ਉਹਨੂੰ ਆਪਾਂ ਕਹਿ ਸਕਦੇ ਹਾਂ ਕੈਚ। One more, ma'am. हाँ, yes. My friend called me and said that he would be unable to join. हाँ, मेरी फ्रेंड ने मैंने कॉल किया सी ते उन्हें क्या कि वो ज्वाइन नहीं कर पाएगी। एक तरीके नाल तुसी टीचर नु इन्फॉर्म कर रहे हो कि मेरी फ्रेंड जिवें है ना, मैनू पता है भी मेरी क्लास दे विच 30 स्टूडेंट्स हैं, सारियां दा अटेंड करना जरूरी है ना, तां एक स्टूडेंट होने दे नाते तुहाडा फर्ज बनदा है कि जिवें आपां क्लासरूम च की करदे हुंदे आ, ਜਦੋਂ ਤੁਹਾਡੇ ਨਹੀਂ ਆਉਂਦੀ ਆਪਾਂ ਐਪਲੀਕੇਸ਼ਨ ਦੇ ਦਿੰਦੇ ਹੁੰਦੇ ਸੀ ਨਾ, ਜਦੋਂ ਆਪਾਂ ਐਕਚੁਅਲ ਕਲਾਸਰੂਮ ਚ ਹੁੰਦੇ ਸੀਗੇ ਤਾਂ ਅਸੀਂ ਐਪਲੀਕੇਸ਼ਨ ਦੇ ਦਿੰਦੇ ਹਾਂ। ਤਾਂ ਇਸੇ ਤਰ੍ਹਾਂ ਹੀ ਜਿਹੜੀ ਵਰਚੁਅਲ ਕਲਾਸਰੂਮ ਹੈ ਨਾ, ਇਹਦੇ ਵਿੱਚ ਵੀ ਇਹ ਸਾਡੇ ਐਟੀਕੇਟਸ ਨੇ ਕਿ ਅਸੀਂ ਜੇ ਕਲਾਸ ਅਟੈਂਡ ਨਹੀਂ ਕਰਨੀ ਤੇ ਆਪਾਂ ਦੱਸੀਏ ਕਿ ਮੈਮ ਮੈਂ ਨਹੀਂ ਆ ਪਾਵਾਂਗੀ। ਹੁਣ ਕਿਵੇਂ ਦੱਸੀਏ, ਮੈਂ ਤਾਂ ਹੈ ਹੀ ਨਹੀਂ ਕਲਾਸਰੂਮ ਚ, ਤਾਂ ਫਿਰ ਮੈਂ ਆਪਣੀ ਫਰੈਂਡ ਨੂੰ ਇਨਫੋਰਮ ਕੀਤਾ, ਤਾਂ ਮੇਰੀ ਫਰੈਂਡ ਨੇ ਇਨਫੋਰਮ ਕਰਕੇ ਮੈਮ ਨੂੰ ਦੱਸੇ ਕਿ ਮੈਮ ਵੀ ਮੇਰੀ ਫਰੈਂਡ ਨੇ ਮੈਨੂੰ ਕਾਲ ਕੀਤਾ ਸੀ and said that he would be unable to join. मेरे friend ने किया सी call तो उन्हें क्या join नहीं कर पाएगा क्लास में, ठीक है। जिवें मैं ही मनप्रीत ਤੁਹਾਨੂੰ ਪੁੱਛਾਂ कि मनप्रीत आज ਤੁਹਾਡੀ friend नहीं आई, तो ਤੁਸੀਂ ਕਹੋਗੇ कि मैम she had called me and told that she would be unable to join. हाँ जी, next please. Ma'am, good evening. Good afternoon. Good afternoon. Yes. Hello. हाँ जी, good afternoon बेटे। Who's this? वाहिगुरु जी। हाँ जी, वाहिगुरु जी बोलो। हेलो मैम। हाँ जी बेटे बोलो। मैम मेरे ना ही क्लासां लगन लग गई कॉलेज दियां। हाँ जी। ते मैम भी ना तां करके भी मैं ना थोड़ा लेट ज्वाइन करया करूंगी। कोई गल नहीं। ते मैम बाकी जे मैनूं कुछ समझ भी नहीं आउंदा ते ओह लिंक जेहड़े तुसीं सेंड करदे हुंदे हो, हाँ जी मैम ओह मेरे कोल ना ही ब्लैक भी अखरां च आउंदे ने। हाँ भी ओह तां करके ओपन नहीं हुंदा ई ओह। अच्छा, ओपन नहीं हुंदा बेटे, देयर मस्ट बी सम प्रॉब्लम इन योर फोन। बाकी सारिਆਂ ਨੂੰ ਤਾਂ ਜਿਹੜੇ ਮੈਂ ਲਿੰਕ ਭੇਜ ਰਹੀ ਹਾਂ, ਬਾਕੀ ਕਿਸੇ ਨੇ ਤਾਂ ਕੋਈ ਕੰਪਲੇਨ ਨਹੀਂ ਕੀਤਾ। ਤੁਹਾਡਾ ਕੀ ਨਾਮ ਹੈ? ਮੈਨੂੰ ਤੁਹਾਡੇ ਨਾ ਸ਼ੋ ਨਹੀਂ ਹੋ ਰਹੀ ਵੀਡੀਓ। ਮੈਮ ਰਾਜਦੀਪ ਕੌਰ ਜੀ। ਅੱਛਾ ਹਾਂ, ਅੱਛਾ ਤੁਹਾਨੂੰ ਨਹੀਂ ਆਂਦਾ, ਉਹ ਲਿੰਕ ਨਹੀਂ ਆ ਰਹੇ? ਮੈਮ ਲਿੰਕ ਤਾਂ ਆ ਰਿਹਾ ਹੀ ਬਟ ਉਹ ਬਲੈਕ ਅੱਖਰਾਂ ਚ ਆ ਰਿਹਾ, ਉਹ ਓਪਨ ਨਹੀਂ ਹੁੰਦਾ ਜੀ। ਅੱਛਾ, ਓਪਨ ਨਹੀਂ ਹੋ ਰਿਹਾ, ਕੋਈ ਤੁਹਾਡੇ ਨਾ ਪ੍ਰੋਬਲਮ ਹੋਏਗੀ ਉਹਦੇ ਵਿੱਚ ਹੀ, ਫੋਨ 'ਚ ਹੀ ਹੋਏਗੀ। ਤੇ ਤੁਸੀਂ ਕਿੰਨੇ ਵਜੇ ਜੁਆਇਨ ਕਰ ਸਕਦੇ ਹੋ ਕਲਾਸ? ਮੈਮ 11:30 ਜਾਂ 11:20 ਐਵੇਂ ਕੁਛ। ਚਲੋ ਠੀਕ ਹੈ, ਕੋਈ ਗੱਲ ਨਹੀਂ, ਕਰ ਲਿਆ ਕਰੋ। ਬਟ ਐਕਚੁਅਲੀ ਆਈ ਵਾਜ਼ ਅਨਵੈਲ, ਤਾਂ ਕਰਕੇ ਮੈਂ ਅੱਜ ਦੁਪਹਿਰੇ ਮੈਂ ਕਰਾਂਗੀ ਐਡਮਿਨ ਸੈਟਿੰਗ ਓਪਨ ਕਰਾਂਗੀ। ਤੁਸੀਂ ਸਾਰੇ ਪਲੀਜ਼, ਮੈਂ ਤੁਹਾਨੂੰ ਜਿਹੜਾ ਟਾਈਮ ਬੋਲਾਂਗੀ ਨਾ ਉਹਦੇ ਲਈ ਯੈਸ ਔਰ ਨੋ ਕਰ ਦੇਣਾ। ਆਪਾਂ ਦੇਖਦੇ ਹਾਂ, ਅਗਰ ਟਾਈਮ ਚੇਂਜ ਹੋ ਸਕੇ ਤਾਂ ਆਪਾਂ ਕਰ ਦਾਂਗੇ, ਠੀਕ ਹੈ ਮੈਮ। ਤੁਹਾਨੂੰ 12 to 1 ਸੂਟੇਬਲ ਹੈ? 12 ਤੋਂ 1 ਸੂਟੇਬਲ ਹੈ? ਨਹੀਂ ਤੁਸੀਂ ਰਹਿਣ ਦਿਓ, ਮੈਂ ਉਹਦੇ ਵਿੱਚ ਹੀ ਪਾਵਾਂਗੀ, ਗਰੁੱਪ ਦੇ ਵਿੱਚ ਹੀ ਮੈਂ ਤੁਹਾਨੂੰ ਉੱਥੇ ਹੀ ਜਵਾਬ ਦੇਣਾ ਫਿਰ, ਠੀਕ ਹੈ। ਆਪਾਂ ਉੱਥੇ ਹੀ ਡਿਸਕਸ ਕਰਾਂਗੇ, ਠੀਕ ਹੈ ਨਾ। ਤੇ ਮੈਂ ਟਾਈਮ ਸਲੋਟਸ ਪਾਵਾਂਗੀ ਤੇ ਜਿਹੜੀ ਚੀਜ਼ ਜਿਹੜੀ ਗੱਲ ਪੁੱਛਾਂ ਸਿਰਫ ਉਨਾ ਹੀ ਜਵਾਬ ਦੇਣਾ, ਉਸ ਤੋਂ ਬਾਅਦ ਅਨਨੈਸੈਸਰੀ ਕੋਈ ਨਾ ਦੇਣਾ ਪਲੀਜ਼। ਸਾਰੇ ਬੱਚਿਆਂ ਨੂੰ ਮੈਂ ਕਹਿ ਰਹੀ ਹਾਂ, ਠੀਕ ਹੈ। ਹਾਂਜੀ ਓਕੇ ਮੈਮ। 12 ਅੱਜ ਐਡਮਿਨ ਸੈਟਿੰਗ ਮੈਂ ਓਪਨ ਕਰਾਂਗੀ ਥੋੜੀ ਦੇਰ ਲਈ, ਤੇ ਉਹਦੇ ਵਿੱਚ ਆਪਾਂ ਟਾਈਮ ਡਿਸਾਈਡ ਕਰ ਲਾਂਗੇ, ਕਿਉਂਕਿ ਕਾਫੀ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹ ਟਾਈਮ ਦੇ ਵਿੱਚ ਨਾ। ਹਾਂਜੀ ਓਕੇ ਮੈਮ। ਹਾਂਜੀ, ਬਾਕੀ ਤੁਸੀਂ ਆਪਣਾ ਫੋਨ ਚੈੱਕ ਕਰਵਾਓ। ਤੇ ਘਰ ਪੀਸੀ ਹੈਗਾ? ਪੀਸੀ ਹੈ? नो मैम वैसे मैं जो मेरी एक फ्रेंड है ਉਹਦੇ ਨਾਲ ਕੰਟੈਕਟ ਕਰ ਰੱਖਿਆ ਹੀ, ਉਹ ਮੈਨੂੰ ਵੈਸੇ ਲਿੰਕ ਸੈਂਡ ਕਰ ਦਿੰਦੀ ਹੁੰਦੀ ਹੈ। ਹਾਂ ਕਰ ਲਓ। ਹਾਂਜੀ ਠੀਕ ਹੈ। ਹਾਂਜੀ ਲਖਵੀਰ ਬੋਲੋ। ਠੀਕ ਹੈ ਓਕੇ मैम गुड आफ्टरनून। ਹਾਂਜੀ ਗੁੱਡ ਆਫਟਰਨੂਨ मैम ਸਲਾਈਡਸ ਦੁਬਾਰਾ ਤੋਂ ਸ਼ੋ ਕਰ ਦਿਓ ਜੀ। ਕਲਾਸ ਕਿਹੜੀ ਵਾਲੀ? ਮੈਮ ਸਟਾਰਟਿੰਗ ਤੋਂ ਹੀ ਮੈਂ ਅੱਜ ਕਲਾਸ ਲਗਾਉਣ ਲੱਗ ਗਈ ਸੀ, ਤਾਂ ਕਰਕੇ ਮਿਸ ਹੋ ਗਈ ਸਾਰੀਆਂ। ਹਾਂਜੀ ਓਕੇ ਜੀ, ਮੈਂ ਕਰੀ ਜਾ ਰਹੀ ਹਾਂ, ਠੀਕ ਹੈ। ਬਾਕੀ ਕੋਈ ਡਾਊਟ ਹੈ ਤਾਂ ਪੁੱਛ ਲਓ। ਇਹ ਵਾਲੀ ਲੈ ਲਈ ਤੁਸੀਂ, ਦੇਖ ਲਈ ਇਹ ਵਾਲੀ? ਹਾਂਜੀ ਮੈਮ। ਹਾਂਜੀ, ਇਸ ਤੋਂ ਲਾਸਟ ਵਾਲੀ ਕਰਦਾ?
हाँ जी नेक्स्ट होर हैंड रेस किना दा है? जब तक हैंड रेस भी नाल नाल आपां लई जांदे हैं। हाँ जी शरणदीप बोलो। वाहिगुरू जी का खालसा वाहिगुरू जी की फतेह। What is the meaning of sir please fix the camera? सर प्लीਜ਼ ਫਿਕਸ ਦ ਕੈਮਰਾ। ਫਿਕਸ ਹੁੰਦਾ ਹੈ ਕਿਸੇ ਚੀਜ਼ ਨੂੰ ਠੀਕ ਕਰਨਾ। ਜਿਵੇਂ ਹੁਣੇ ਇੱਕ ਬੱਚੇ ਨੇ ਕਿਹਾ ਨਾ ਕਿ ਮੈਮ ਮੇਰਾ ਫੋਨ ਠੀਕ ਨਹੀਂ ਹੈ, ਤਾਂ ਮੈਂ ਉਹਨੂੰ ਕਵਾਂਗੀ ਕਿ ਇਹਨੂੰ ਫਿਕਸ ਕਰ ਲਓ। ਫਿਰ ਮਤਲਬ ਇਸ ਚੀਜ਼ ਨੂੰ ਠੀਕ ਕਰ ਲਓ, ਠੀਕ ਕਰ ਲਓ। ਠੀਕ ਹੈ, ਫਿਕਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਠੀਕ ਕਰਨਾ। ਠੀਕ ਹੈ, ਜਿਵੇਂ there is some problem in my car, I'm going to fix it। ਮੇਰੀ ਕਾਰ ਦੇ ਵਿੱਚ ਕੋਈ ਪ੍ਰੋਬਲਮ ਹੈ, ਮੈਨੂੰ ਠੀਕ ਕਰਨਾ ਹੈ। I want to fix it। So fix ਹੁੰਦਾ ਹੈ ਕਿਸੇ ਪ੍ਰੋਬਲਮ ਨੂੰ ਠੀਕ ਕਰਨਾ। So sir please fix the camera ਦਾ ਮਤਲਬ ਹੁੰਦਾ ਤੁਹਾਡਾ ਕੈਮਰਾ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੈ, ਉਹਨੂੰ ਠੀਕ ਕਰ ਲਓ। ਜਾਂ ਮੈਮ ਪਲੀਜ਼ ਫਿਕਸ ਦ ਕੈਮਰਾ। ਕਈ ਵਾਰ ਕੀ ਹੁੰਦਾ ਹੈ ਮੈਨੂੰ ਇੱਥੇ ਲੱਗ ਰਿਹਾ ਠੀਕ ਹੈ ਲੇਕਿਨ ਤੁਹਾਨੂੰ ਮੇਰੀ ਫੋਟੋ ਠੀਕ ਨਹੀਂ ਆ ਰਹੀ ਹੁੰਦੀ, ਤਾਂ ਤੁਸੀਂ ਕਹੋਗੇ ਮੈਮ ਪਲੀਜ਼ ਫਿਕਸ ਦ ਕੈਮਰਾ। ਕੈਮਰਾ ਨੂੰ ਠੀਕ ਕਰ ਲਓ। ਸਮਝ ਗਏ? ਹਾਂਜੀ ਹਾਂਜੀ ਹਰਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Ma'am, what is the difference between rat and mouse? Rat and mouse? ਹਾਂਜੀ ਮੈਮ। ਮਾਊਸ ਹੁੰਦਾ ਹੈ ਮਿਕੀ ਮਾਊਸ। ਦੇਖਿਆ ਮਿਕੀ ਮਾਊਸ? ਨਹੀਂ ਮੈਮ। ਬੱਚੇ ਦੇਖਦੇ ਹੋਣੇ ਆ, ਬੱਚੇ ਨਹੀਂ ਦੇਖਦੇ ਕਾਰਟੂਨ ਮਿਕੀ ਮਾਊਸ? ਹਾਂਜੀ ਮੈਮ। ਉਹ ਬੜਾ ਕਿਊਟ ਹੁੰਦਾ ਨਾ ਮਿਕੀ ਮਾਊਸ। ਸੋ ਮਾਊਸ ਜਿਹੜਾ ਛੋਟਾ ਵਾਲਾ ਚੂਹਾ ਹੁੰਦਾ ਨਾ ਉਹ ਹੈ ਮਾਊਸ, ਮਾਊਸ। ਓਕੇ। ਰੈਟ ਜਿਹੜਾ ਐਡਾ ਮੋਟਾ ਵਾਲਾ ਚੂਹਾ ਹੁੰਦਾ ਉਹ ਰੈਟ ਹੈ। ਠੀਕ ਹੈ ਮੈਮ। ਠੀਕ ਹੈ, ਓਕੇ ਮੈਮ। ਇਹ ਦੋਨੋਂ ਅਲੱਗ-ਅਲੱਗ ਹੁੰਦੇ ਆ। ਮਤਲਬ ਇਹ ਨਹੀਂ ਹੁੰਦਾ ਛੋਟਾ ਵੱਡਾ ਹੋ ਕੇ ਇੰਨਾ ਵੱਡਾ ਹੋ ਜਾਂਦਾ, ਨਹੀਂ, ਇਹ ਨਸਲਾਂ ਹੀ ਅਲੱਗ-ਅਲੱਗ ਹੈ। ਰੈਟ ਵੱਡੇ ਵਾਲੇ ਚੂਹੇ ਹੁੰਦੇ ਆ ਔਰ ਮਾਊਸ ਛੋਟੇ ਵਾਲੇ ਚੂਹੇ ਹੁੰਦੇ ਆ। ਓਕੇ ਮੈਮ। ਮੈਮ ਦ ਅਲਫਾਬੈਟ ਬੁੱਕ ਚ ਹੈ ਨਾ ਮੈਮ, ਬੇਟਾ ਪੁੱਛ ਰਿਹਾ ਸੀ ਕੱਲ, ਮੈਨੂੰ ਤਾਂ ਹੋਇਆ ਕਿ ਮਮਾ ਰੈਟ ਕੀ ਡਿਫਰੈਂਸ ਹੈ? ਹਾਂ, ਰੈਟ ਜਿਹੜਾ ਵੱਡਾ ਵਾਲਾ ਹੁੰਦਾ ਨਾ ਜੋ ਸਾਰਾ ਕੁਝ ਹੀ ਨਿਬਲ ਕਰ ਜਾਂਦੇ ਆ, ਉਹਨਾਂ ਦੇ ਉਹ ਰੈਟਸ ਹੈ ਜਿਹੜੇ, ਰੈਟਸ ਦੇ ਬੱਚੇ ਵੀ ਐਡੇ ਐਡੇ ਵੱਡੇ ਹੁੰਦੇ ਆ, ਤੇ ਜਿਹੜਾ ਮਾਊਸ ਹੁੰਦਾ ਉਹਦੇ ਬੱਚੇ ਵੀ ਛੋਟੇ ਛੋਟੇ ਹੁੰਦੇ ਆ। ਮਤਲਬ ਇਹ ਦੋਨੋਂ ਅਲੱਗ ਅਲੱਗ ਚੀਜ਼। ਓਕੇ ਮੈਮ, ਥੈਂਕ ਯੂ ਮੈਮ। ਥੈਂਕ ਯੂ। ਹਾਂਜੀ ਨੈਕਸਟ। ਰੈਟ ਮੋਟੀ ਵਾਲਾ ਹੈ, ਰੈਟ ਹੁੰਦਾ ਜਿਹੜਾ ਵੱਡਾ। ਹਾਂਜੀ ਹਾਂਜੀ ਹਰਪ੍ਰੀਤ ਆਪਣਾ ਮਾਈਕ੍ਰੋਫੋਨ ਆਫ ਕਰ ਲਓ। ਹਾਂਜੀ मैम। हाँ जी मैम, there was some network issue, so but मैम मेरा क्वेश्चन है कि जो ਤੁਸੀਂ ਦੱਸਿਆ ਕਿ your voice is getting blocked, ਇਹਦਾ ਮੀਨਿੰਗ ਕੀ ਹੈ ਕਿ ਮੈਮ ਤੁਹਾਡੀ ਆਵਾਜ਼ ਨਹੀਂ ਆ ਰਹੀ? ਹਾਂ, ਤੁਹਾਡੀ ਆਵਾਜ਼ ਰੁਕ ਰਹੀ ਹੈ। ਬਲੌਕ ਹੁੰਦਾ ਹੈ ਕਿਸੇ ਚੀਜ਼ ਦਾ ਰੁਕ ਜਾਣਾ, ਬਲੌਕੇਜ ਆ ਜਾਂਦੀ ਹੈ ਨਾ ਕਈ ਵਾਰ ਕਿਸੇ ਚੀਜ਼, ਕੋਈ ਚੀਜ਼ 'ਚ ਰੁਕਾਵਟ ਆ ਰਹੀ ਹੈ। ਤੁਹਾਡੀ ਆਵਾਜ਼ ਜਿਹੜੀ ਹੈ ਰੁਕ ਰੁਕ ਕੇ ਆ ਰਹੀ ਹੈ, ਟੁੱਟ ਰਹੀ ਹੈ, ਤਾਂ ਅਸੀਂ ਕਵਾਂਗੇ your voice is getting blocked। Got it? Okay मैम। ਹਾਂਜੀ ਮੈਮ। ਮੈਮ ਤੁਸੀਂ ਠੀਕ ਹੋ ਜੀ? Yeah, much better, thank you। Okay मैम। Okay, thank you। ਹਾਂਜੀ next please। next question ਕਿਹਨਾਂ ਦਾ ਹੈ? हेलो। हाँ जी हाँ जी बोलो। हेलो। हाँ जी बोलो। हाँ जी मैम। मैम व्हाट इज द मीनिंग ऑफ अनकॉन्शियस? कैन यू स्पेल इट आउट? मैम एक्चुअली आई डोंट नो इट्स स्पेलिंग। मैम हाउ डू यू यूज इट? मैम मैं सुनिया सी मैम, क्लास च सुनिया सी मैम। अनकॉन्शियस होएगा, कॉन्शियस होएगा शायद मैम। हाँ देखो, कॉन्शियस ਹੁੰਦਾ ਹੈ, ਇੱਕ कॉन्शियस ਹੁੰਦਾ ਹੈ, ਇੱਕ कॉन्शियस ਹੁੰਦਾ है, ਇੱਕ कॉन्शियस ਹੁੰਦਾ है। ठीक है? हाँ जी। ਇੱਕ कॉशियस ਹੁੰਦਾ है। ਇਹ ਤਿੰਨਾਂ ਦੇ मीनिंग अलग है। ਜਿਵੇਂ ਕਿਹੜਾ ਵਾਲਾ ਦੱਸਾਂ? ਤਿੰਨੋਂ ਦੱਸਾਂ? ਐਦਾਂ ਬੋਲਿਆ ਸੀ ਕੌਨਸ਼ੀਅਸ ਮਾਈਂਡ, ਐਦਾਂ ਕੁਝ ਬੋਲਿਆ ਸੀ। ਹਾਂ, ਸਬਕੌਂਸ਼ੀਅਸ ਮਾਈਂਡ। ਹਾਂਜੀ ਠੀਕ ਹੈ। ਕੌਨਸ਼ੀਅਸ ਹੁੰਦਾ ਹੈ ਹੋਸ਼ ਵਿੱਚ ਹੋਣਾ, ਅਲਰਟ ਹੋਣਾ, ਹੋਸ਼ ਵਿੱਚ ਹੋਣਾ। ਜਿਵੇਂ ਅਸੀਂ ਕਹਿੰਦੇ ਆ ਜਦੋਂ ਉਹਦਾ ਐਕਸੀਡੈਂਟ ਹੋਇਆ ਨਾ, he became unconscious। ਹਾਂਜੀ
ਅਨਕੌਂਸ਼ੀਅਸ ਹੋ ਗਿਆ ਉਹ, ਮਤਲਬ ਬੇਹੋਸ਼ ਹੋ ਗਿਆ, ਉਹਨੂੰ ਹੋਸ਼ ਨਹੀਂ ਰਹੀ। ਕੌਂਸ਼ੀਅਸ ਹੁੰਦਾ ਹੈ ਹੋਸ਼ ਵਿੱਚ ਹੋਣਾ। ਹੀ ਵਾਸ ਕੌਂਸ਼ੀਅਸ, ਆਈ ਵਾਸ ਹੋਸ਼ ਵਿੱਚ ਹੋਣਾ ਜਾਂ ਅਲਰਟ ਹੋਣਾ, ਹੋਸ਼ ਵਿੱਚ ਹੋਣਾ ਜਾਂ ਅਲਰਟ ਹੋਣਾ, ਠੀਕ ਹੈ ਨਾ। ਓਕੇ ਮਤਲਬ ਤੁਸੀਂ ਅਲਰਟ ਹੋ ਜਾਂਦੇ ਹੋ, ਕੌਂਸ਼ੀਅਸ ਹੋ ਜਾਂਦੇ ਹੋ, ਹੈ ਨਾ। ਹਾਂਜੀ ਮੈਮ ਪਲੀਜ਼ ਟੈਲ ਦ ਸਪੈਲਿੰਗ। conscious, CONSIOUS, conscious, okay ma'am। conscious, ਇਹਨੂੰ conscious ਨਹੀਂ ਕਹਿਣਾ, conscious ਕਹਿਣਾ ਹੈ, CON, ਹਾਂ conscious, conscious। okay ma'am। ਹੁਣ ਮੈਂ ਲਿਖ ਕੇ ਦੇਖਾਂ, CONSC, ਹਾਂ CONSCIOUS, okay ma'am, CONSCI, conscious। ਮੈਮ ਤੁਸੀਂ ਕਈ ਵਾਰ ਇਹ ਵੀ ਵਰਡ ਯੂਜ਼ ਕਰਦੇ ਹੋ ਰੀਸੈਂਟਲੀ, ਮੈਮ ਇਹਦਾ ਕੀ ਮੀਨਿੰਗ ਹੈ? ਰੀਸੈਂਟਲੀ ਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ, ਪਿੱਛੇ ਜੇ, ਪਿਛਲੇ ਜੇ, ਜਿਵੇਂ ਅਸੀਂ ਕਹਿੰਦੇ ਹਾਂ ਨਾ ਰੀਸੈਂਟਲੀ ਸਾਡੇ ਸਕੂਲ ਦੇ ਦਾ ਫੰਕਸ਼ਨ ਹੋਇਆ ਸੀ, ਰੀਸੈਂਟਲੀ ਮਤਲਬ ਪਿੱਛੇ ਜੇ, ਆਪਾਂ ਜਿਵੇਂ ਕਹਿੰਦੇ ਨਾ ਪਿੱਛੇ ਜੇ ਹੋਇਆ ਸੀਗਾ, ਹਾਂਜੀ ਰੀਸੈਂਟਲੀ, ਇਟਸ ਅ ਰੀਸੈਂਟ ਨਿਊਜ਼। ਇਹ ਹਜੇ ਮਤਲਬ ਜੋ ਚੀਜ਼ ਜ਼ਿਆਦਾ ਪੁਰਾਣੀ ਨਾ ਹੋਈ ਹੋਵੇ ਉਹਨੂੰ ਅਸੀਂ ਰੀਸੈਂਟ ਕਹਿੰਦੇ। ਓਕੇ ਮੈਮ, ਠੀਕ ਹੈ। ਹਾਂਜੀ ਐਂਡ ਮੈਮ ਜਿਹੜੀ ਮੈਮ ਬਾਰਿਸ਼ ਤੋਂ ਬਾਅਦ ਮੈਮ ਜਿਹੜੀ ਸਤਰੰਗੀ ਪੀਂਗ ਹੁੰਦੀ ਹੈ ਮੈਮ ਉਹਨੂੰ ਕੀ ਕਹਿੰਦੇ ਨੇ ਇੰਗਲਿਸ਼ ਵਿੱਚ? ਰੇਨਬੋ, 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 ਹਾਂਜੀ ਮੈਮ ਠੀਕ ਹੈ। ਓਕੇ ਮੈਮ ਠੀਕ ਹੈ, ਥੈਂਕ ਯੂ। ਵਾਟਸ ਯੋਰ ਨੇਮ? ਮੈਮ ਬਲਜੀਤ ਕੌਰ। ਅੱਛਾ, ਤੁਹਾਡੀ ਵੀਡੀਓ ਨਹੀਂ ਆ ਰਹੀ ਨਾ? ਨੋ ਮੈਮ ਮੈਂ ਔਨ ਨਹੀਂ ਕੀਤੀ ਜੀ। ਠੀਕ ਹੈ ਜੀ, ਠੀਕ ਹੈ ਜੀ, ਓਕੇ। ਹਾਂਜੀ ਮੈਮ ਨੈਕਸਟ, ਹਾਂਜੀ ਬੋਲੋ ਜੀ। ਮੈਮ 2 ਹੀ ਸਲਾਈਡਸ ਹੈ ਜੀ ਅੱਜ? ਇਸ ਤੋਂ ਪਹਿਲੇ ਵੀ ਸੀ, ਇਸ ਤੋਂ ਪਹਿਲੇ ਇੱਕ ਉਹ ਸੀ ਬੱਚੇ ਐਬਰੀਵੇਸ਼ਨ ਦੀ ਸੀ, ਬਸ ਉਹ ਵੀ ਦਵਾਂ? ਉਹ ਵੀ ਕਰ ਦੋ ਹੀ ਮੈਮ। ਠੀਕ ਹੈ, ਵਾਲੀ ਸੀ, ਠੀਕ ਹੈ। ਹਾਂਜੀ ਮੈਮ, ਥੈਂਕ ਯੂ। ਹਾਂਜੀ ਹਾਂਜੀ, ਹੋਰ ਕਿਸੇ ਦਾ ਕੁਐਸਚਨ ਹੈ ਕੋਈ? ਸੋ ਨੋ ਮੋਰ ਹੈਂਡ ਰੇਜ਼ਸ। ਅੱਜ ਕੁਐਸਚਨਸ ਬਹੁਤ ਘੱਟ ਸੀ ਬੱਚਿਆਂ ਦੇ, ਅੱਜ ਦੀ ਕਲਾਸ ਇੰਟਰਸਟਿੰਗ ਨਹੀਂ ਲੱਗੀ ਮੈਨੂੰ ਲੱਗਦਾ ਹੈ। ਹਾਂਜੀ Ma'am, I want to answer your question. Today's class was interesting, but the sentences was simple and we understood it. Okay, very good. Thank you. ਹਾਂਜੀ ਗੁਰਪ੍ਰੀਤ ਕੌਰ। Good afternoon ma'am. Good afternoon ਬੇਟੇ। ਮੈਮ ਜਿਹੜਾ ਤੁਸੀਂ ਕੱਲ ਵਾਲਾ ਟੌਪਿਕ ਤੁਸੀਂ ਅੱਜ ਕਰਵਾਇਆ ਹੈਗਾ, ਫਸਟ ਤੁਸੀਂ ਕਰਵਾਇਆ MISC ਵਾਲਾ, ਉਹਦਾ ਮੀਨਿੰਗ ਕੀ ਹੈ ਜੀ? ਮਿਸਲੇਨੀਅਸ। ਹਾਂਜੀ ਮਿਸਲੇਨੀਅਸ ਹੁੰਦਾ ਬੇਟੇ ਜਿਵੇਂ ਆਪਾਂ ਕਹਿੰਦੇ ਨਾ ਹੋਰ ਵੀ ਕਈ, ਹੋਰ ਵੀ ਕਈ। ਕਿਸ ਤਰ੍ਹਾਂ ਜਦੋਂ ਮੈਂ ਕਲਾਸ ਸ਼ੁਰੂ ਕੀਤੀ ਸੀ ਤੁਸੀਂ ਅਟੈਂਡ ਨਹੀਂ ਸੀ ਕੀਤੀ ਉਸ ਟਾਈਮ? ਨਹੀਂ ਮੈਮ ਅੱਜ ਲੇਟ ਜੁਆਇਨ ਕੀਤੀ। ਹਾਂ ਬੱਚੇ ਦੇਖੋ ਮੈਂ ਦੁਬਾਰਾ ਤੋਂ ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ। ਜਿਵੇਂ ਮੈਂ ਇੱਕ ਐਗਜ਼ਾਮਪਲ ਲਿੱਤੀ ਸੀ, ਸਪੋਜ਼ ਤੁਸੀਂ ਆਪਣੇ ਫਾਦਰ ਕੋਲੋਂ ਪਾਕਟ ਮਨੀ ਲਿੱਤੀ ਹੈ ਨਾ, ਤੇ ਪਾਕਟ ਮਨੀ ਲਈ ਜਿਵੇਂ ਸਪੋਜ਼ ਤੁਸੀਂ 2000 ਰੁਪੀਜ਼ ਉਹਨਾਂ ਕੋਲੋਂ ਪਾਕਟ ਮਨੀ ਲਈ, ਤੇ ਤੁਸੀਂ ਉਹਨਾਂ ਨੂੰ ਜਦੋਂ ਉਹਨਾਂ ਨੇ ਤੁਹਾਨੂੰ 1 ਮੰਥ ਬਾਅਦ ਕਿਹਾ ਕਿ ਮੈਨੂੰ ਦੱਸੇ ਕਿੱਥੇ ਕਿੱਥੇ ਖਰਚਾ ਹੋਇਆ, ਤੁਸੀਂ ਕਿਹਾ ਕਿ ਮੈਂ ਨਾ 500 ਰੁਪਏ ਦੀ ਬੁੱਕਸ ਲਈਆਂ ਸੀ ਤੇ 500 ਮੇਰੇ ਮਿਸਲੇਨੀਅਸ ਖਰਚੇ ਹੋ ਗਏ ਸੀ, ਹੋਰ ਵੀ ਕਈ ਜਿਵੇਂ ਆਪਾਂ ਕਹਿੰਦੇ ਆ ਨਾ ਮਿਸਲੇਨੀਅਸ ਖਰਚੇ ਹੋ ਗਏ, ਮਿਸਲੇਨੀਅਸ ਸਮਝ ਗਏ? ਕਈ ਹੋਰ ਖਰਚੇ ਹੋ ਗਏ ਵੀ ਮੈਂ ਹੁਣ ਇੱਕ ਚੀਜ਼ ਦਾ ਤਾਂ ਹਿਸਾਬ ਨਹੀਂ ਰੱਖਿਆ, ਮਿਸਲੇਨੀਅਸ ਖਰਚੇ ਹੋ ਗਏ, ਹੈ ਨਾ। ਇੱਕ ਹੋਰ ਆਪਾਂ ਐਗਜ਼ਾਮਪਲ ਲੈਂਦੇ ਆ, ਸਪੋਜ਼ ਕਰੋ ਮੈਂ ਤੁਹਾਡੇ ਸ਼ਾਪ ਦਾ ਹਿਸਾਬ ਕਿਤਾਬ ਰੱਖਦੀ ਹਾਂ, ਹੈ ਨਾ। ਸਪੋਜ਼ਿੰਗ ਤੁਸੀਂ ਮੈਨੂੰ 1000 ਰੁਪਇਆ ਦੇਤਾ ਕਿ ਇਹ ਬਾਕੀ ਖਰਚੇ ਤੂੰ ਕਰੀ ਜਾ, ਇਹ 1000 ਰੁਪਏ ਤੂੰ ਐਵੇਂ ਕੋਈ ਛੋਟੇ ਮੋਟੇ ਖਰਚੇ ਹੁੰਦੇ ਆ, ਮਿਸਲੇਨੀਅਸ ਖਰਚੇ ਹੁੰਦੇ ਆ, ਰੱਖ ਲੈ ਮਿਸਲੇਨੀਅਸ। ਹੋਰ ਵੀ ਕਈ ਖਰਚੇ ਹੁੰਦੇ ਆ ਜਿਨ੍ਹਾਂ ਦੇ ਕੋਈ ਆਪਾਂ ਐਨੀ ਟਾਈਟਲ ਨਹੀਂ ਹੈ, ਵੀ ਜਿਵੇਂ ਹੁੰਦੇ ਨਾ ਕੁਝ ਚੀਜ਼ਾਂ ਹੁੰਦੀਆਂ ਫਿਕਸ ਹੁੰਦੀਆਂ ਨੇ ਕਿ ਇੰਨੇ ਆਪਾਂ ਇੱਥੇ ਦੇਣੇ ਆ, ਇੰਨੇ ਆਪਾਂ ਇੱਥੇ ਦੇਣੇ, ਮੋਟੇ ਖਰਚੇ ਹੋ ਗਏ। ਤੇ ਕੁਛ ਆਪਾਂ ਹੁੰਦੇ ਹੋਰ ਵੀ ਕਈ ਹੁੰਦੇ ਆ, ਕਦੇ ਕੋਈ ਖਰਚਾ ਹੋ ਗਿਆ ਕਦੇ ਕੋਈ ਖਰਚਾ, ਆਪਾਂ ਕਹਿੰਦੇ ਮਿਸਲੇਨੀਅਸ। ਮਿਸਲੇਨੀਅਸ ਸਮਝ ਗਏ? ਹਾਂ ਹਾਂਜੀ। ਇੱਕ ਹੋਰ ਮੈਮ, ਹਾਂਜੀ ਦੱਸੋ। RSVP ਵਾਲਾ ਜੀ। RSVP ਵਾਲਾ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਇਨਵੀਟੇਸ਼ਨ ਭੇਜਦੇ ਹੋ, ਉਸ ਇਨਵੀਟੇਸ਼ਨ ਦੇ ਨੀਚੇ RSVP ਲਿਖਿਆ ਹੁੰਦਾ ਹੈ। ਤੇ ਦੇਖਿਆ ਤੁਸੀਂ ਵੈਡਿੰਗ ਕਾਰਡ ਦੇ ਉੱਪਰ RSVP ਲਿਖਿਆ ਦੇਖਿਆ? ਹਾਂਜੀ ਮੈਮ। ਉਹਦਾ ਕੀ ਮਤਲਬ ਹੁੰਦਾ ਹੈ?
वैसे सोच के दसो। ध्यान तो नहीं दिता जी मैं। हाँ जी, RSVP ਦਾ ਮਤਲਬ ਤਾਂ ਕੁਝ ਹੋਰ ਹੁੰਦਾ ਹੈ, ਅਸੀਂ ਕੁਝ ਹੋਰ ਬਣਾਇਆ ਹੋਇਆ ਹੈ। RSVP ਦਾ ਮਤਲਬ ਹੁੰਦਾ ਹੈ ਵੀ ਜੇ ਤੁਸੀਂ ਮੇਰੇ ਇਨਵੀਟੇਸ਼ਨ ਤੇ नहीं पहुंच पाए मेरे घर, तो प्लीज तुसी इस नंबर ते रिप्लाई कर देना। समझ गए? हाँ जी गुरप्रीत, हुण जिवें गुरप्रीत मैं तेनू इनविटेशन भेजिया कि तू मेरे बर्थडे ते आना है, ठीक है? तो मैं अपने बर्थडे ते इनविटेशन तेनू दे के नीचे RSVP, नीचे अपना एड्रेस और फोन नंबर लिखांगी। तो अगर तू मेरे बर्थडे ते नहीं पहुंच पाती तो तेरा फर्ज है कि उस नंबर ते तू मैनू रिप्लाई कर कि मैम मैं तुहाडे बर्थडे ते नहीं आ पावांगी ड्यू टू दिस रीजन। समझ गए? ਇਹਦਾ ਮਤਲਬ ਇਹ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕਲਚਰ ਹੈ, ਇਹ ਇੱਕ ਜਦੋਂ ਤੁਸੀਂ ਕਿਸੇ ਨੂੰ ਇਨਵਾਈਟ ਕਰਦੇ ਹੋ ਨਾ ਤਾਂ ਨੀਚੇ ਇਨਵੀਟੇਸ਼ਨ ਦੇ ਨੀਚੇ ਆਪਣਾ ਐਡਰੈਸ ਔਰ ਫੋਨ ਨੰਬਰ ਜ਼ਰੂਰ ਲਿਖੋ, ਤਾਂ ਕਿ ਅਗਰ ਉਹ ਬੰਦਾ ਨਾ ਪਹੁੰਚ ਸਕੇ ਤਾਂ ਤੁਹਾਨੂੰ ਕਿਸ ਨੰਬਰ ਤੇ ਕੰਟੈਕਟ ਕਰਕੇ ਦੱਸੇ। नीचे अपना फोन नंबर ते एड्रेस जरूर लिखो। ਆਪਾਂ ਇਹ ਚੀਜ਼ ਇੰਡੀਆ ਵਿੱਚ ਬਿਲਕੁਲ ਨਹੀਂ ਯੂਜ਼ ਕਰਦੇ। ਅਸੀਂ ਇੱਥੇ ਕੀ ਲਿਖਿਆ ਹੁੰਦਾ ਹੈ, RSVP ਫਲਾਣਾ ਪਰਿਵਾਰ ਟਿਕਾਣਾ ਪਰਿਵਾਰ, ਪਰ ਨੀਚੇ ਤੁਹਾਡਾ ਜਿੱਥੇ RSVP ਲਿਖਿਆ ਹੁੰਦਾ ਹੈ ਨਾ, ਉਹਦਾ ਮਤਲਬ ਹੁੰਦਾ ਰਿਪਲਾਈ ਇਫ ਯੂ ਪਲੀਜ਼। ਅਗਰ ਤੁਸੀਂ ਰਿਪਲਾਈ ਕਰਨਾ ਹੈ ਤਾਂ ਇਸ ਨੰਬਰ ਤੇ ਕਰਨਾ ਮੈਨੂੰ ਰਿਪਲਾਈ। ਸਮਝ ਰਹੇ ਹੋ ਮੇਰੀ ਗੱਲ? ਹਾਂਜੀ ਮੈਮ, ਆਈ ਸਮਝ ਕਿ ਇੱਕ ਸਾਡਾ ਫਰਜ਼ ਬਣਦਾ ਹੁੰਦਾ ਹੈ ਕਿ ਅਗਰ ਕਿਸੇ ਨੇ ਸਾਨੂੰ ਇਨਵਾਈਟ ਕੀਤਾ, ਅਸੀਂ ਉਹਦੇ ਇਨਵੀਟੇਸ਼ਨ ਤੇ ਉਹਦੇ ਘਰ ਨਹੀਂ ਪਹੁੰਚ ਪਾਏ ਤਾਂ ਇਟਸ ਆਰ ਡਿਊਟੀ ਟੂ ਇਨਫੋਰਮ them। ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਡੇ ਘਰ ਨਹੀਂ ਪਹੁੰਚ ਪਾਵਾਂਗੇ, ਠੀਕ ਹੈ? ਬਟ ਮੈਂ ਤਾਂ ਉਹਨੂੰ ਇਨਫੋਰਮ ਤਾਂ ਹੀ ਕਰੂੰਗੀ ਨਾ ਜੇ ਮੇਰੇ ਕੋਲ ਉਹਦਾ ਐਡਰੈਸ ਔਰ ਉਹਦਾ ਫੋਨ ਨੰਬਰ ਹੋਏਗਾ, ਠੀਕ ਹੈ ਨਾ? ਸੋ RSVP ਦਾ ਮਤਲਬ ਰਿਪਲਾਈ ਇਫ ਯੂ ਪਲੀਜ਼। ਤੁਸੀਂ ਅਗਰ ਨਹੀਂ ਆ ਪਾਏ या कोई और गल है तो तुसी मैनू इस नंबर ते रिस्पोंड करो, रिप्लाई करो, ते नीचे अपना फोन नंबर और एड्रेस हुंदा है। गॉट इट? हाँ जी, समझ आ गई? यस मैम। ठीक है। मीनिंग ऑफ PhD ਵਿੱਚ डॉक्टर ऑफ फिलॉसफी डिग्री है, जिवें BA है, BSc है, MPhil है, इसी तरह ही PhD एक डिग्री है डॉक्टर ऑफ फिलॉसफी, जो तुसी MPhil तो बाद करदे हो। हाँ जी, और कोई हैंड रेस है? नहीं तो फिर ਅਸੀਂ ਵਾਈਂਡ ਅਪ ਕਰੀਏ। ਹੈਲੋ, ਹਾਂਜੀ ਬੇਟੇ ਬੋਲੋ। ਮੈਮ ਮੈਂ ਇਹ ਪੁੱਛਣਾ ਸੀ ਮੈਮ, ਆਪਾਂ ਸਮ ਟਾਈਮ ਮੈਮ ਆਪਾਂ ਕਹਿੰਦੇ ਆ ਹਨਾ ਮੈਮ, ਕਈ ਵਾਰ ਤਾਂ ਆਪਾਂ ਕਹਿੰਦੇ ਆ ਕਿ ਮੈਂ ਕੰਮ ਕੀਤਾ ਹਨਾ, ਆਈ ਡਿਡ ਹਨਾ ਮੈਮ ਕਈ ਵਾਰ ਕਹਿੰਦੇ ਆ ਮੈਂ ਇਹ ਕੰਮ ਕਰਵਾਇਆ। ਮੈਮ ਇਹਨੂੰ ਕਿਵੇਂ ਆਪਾਂ ਬੋਲਾਂਗੇ? ਹਾਂ, ਜੇ ਮੈਂ ਕੰਮ ਕੀਤਾ ਤਾਂ ਮੈਂ ਕਵਾਂਗੀ ਆਈ ਡਿਡ ਦਿਸ ਵਰਕ। ਜੇ ਮੈਂ ਕੰਮ ਕਰਵਾਇਆ ਤਾਂ ਮੈਂ ਕਵਾਂਗੀ ਆਈ ਗॉट ਦਿਸ ਵਰਕ ਡਨ। ਓਕੇ ਮੈਮ, I got this work done। ਹਾਂ ਤੇ ਮੈਮ ਕਈ ਵਾਰ ਮੈਮ ਆਪਾਂ ਕਹਿੰਦੇ ਆ ਕਰਵਾਏ, ਇੱਕ ਤਾਂ ਹੁੰਦਾ ਮੈਮ ਕਰਾਇਆ, ਨਹੀਂ ਕਰਵਾਇਆ ਮੈਮ ਸੇਮ ਹੀ ਹੈ ਹਨਾ? ਹਾਂ, ਕਰਾਇਆ ਕਰਵਾਇਆ ਕੰਮ ਇਹ ਕਰਾਇਆ ਜਾਂ ਕਰਵਾਇਆ। ਹਾਂ ਹਾਂਜੀ ਮੈਮ, ਠੀਕ ਹੈ। ਐਂਡ ਮੈਮ ਹਾਊ ਡੂ ਵੀ ਪ੍ਰੋਨਾਊਂਸ HOOLIGANS? ਹੂਲੀਗਨਸ ਹੁੰਦੇ ਜਿਵੇਂ ਗੁੰਡੇ ਹੁੰਦੇ ਨਾ, ਤੋੜਫੋੜ ਕਰਨ ਵਾਲੇ, ਸੋ ਹੂਲੀਗਨਸ ਹੁੰਦੇ ਆ। ਹਾਂਜੀ, ਓਕੇ ਮੈਮ, ਠੀਕ ਹੈ ਮੈਮ, ਥੈਂਕ ਯੂ। ਓਕੇ, I think we should wrap up now. It's 12:23 now. We'll meet tomorrow at 11. Still you have any question? अच्छा, एक पूछ रहे हैं मीनिंग ऑफ घोस्ट, GHOST। घोस्ट हुंदा है भूत, GHOST घोस्ट हुंदा है भूत, ठीक है? Okay, that's all for today. We'll meet tomorrow at 11 AM. वाहिगुरु जी का खालसा, वाहिगुरु जी की फतेह।